वाहिगुरु जी का खालसा वाहिगुरु जी की फतेह। चबर शतर तख्तां दे मालक श्री गुरु ग्रंथ साहिब सच्चे पातशाह जी की पावन गोद विच बड़ी ही सुचजता नाल शाम दे सोहणे दीवाना विच आप जी जुड़ बैठे हो। आओ इस सुभागे समय नूं सफला बनाइए। सतगुरां दी पावन जीवन महिमा विच आप जी ने कल सरवण कीता। जदों राय बुलारदियां नूं सतगुरां ने समझाया तुसीं मन भी नहीं हो, बुद्ध चित ते अहंकार भी नहीं, तुहाडा असल ते निज स्वरूप तुहाडी आत्मा है। किवें तमोगुण ते पंजां तत्तां तो शरीर बने है, किवें रजोगुण ते पंजां तत्तां तो इकट्ठियां होके ज्ञान ते कर्म इंद्रिय बने, कितां सतोगुण अते पंजां तत्तां तो मिलके अंदर दी रूह बनी। बड़े विस्तार सहित आप जी ने कल सरवण कीता। सतगुर सच्चे पातशाह जी ने विखा दिता किवें के रूह, किवें के आत्मा, मन, चित, बुद्ध, अहंकार शरीर ते इंद्रियां ते प्राणां नूं कंट्रोल कर दी है। आपां सारियां ने बड़ा आनंद माणिया ते राय बुलार जी ने उपदेश सरवण कीता। सो आओ साहिबां दे पावन वरताए होए जोज जो भाई बाला जी बड़ी शिद्दत नाल सतगुरां नूं सुना रहे। पाओ प्रेम दी सांझ गज वज के आखो जी सतनाम श्री गुरु साहिब जी। सतनाम श्री गुरु साहिब जी। सुन बुलार इस बिद के बैना निज स्वरूप जान्यो सुख ऐना। जगत गुरु गुरु नानक साहब सच्चे पातशाह जी ने जिस वेले राय बुलार जियां नूं ये साक्षात विखा दिता जो बाणी का उपदेश है, आत्मा परमात्मा एक ऊकर है भी रब ते आत्मा एको ही है ते तू उस परमात्मा दी अंश है पर भुलिया। राय बुलार साहब जी ने उठ के गुरु नानक साहब जी के चरणों ते सजदा कीता। बड़े प्रसन्न होए, खुश होए, नेत्रां दे विचों खुशी दे अथरू हन। भयो निमगन अथाहे आनंदा छूट गए जग की सब फंदा। जदों अपने आप की समझ आ गई, अज पता लग्या मैं कौन हां, जग दे सारे बंधन कटे गए, छुट गए। अपना आप इदां है जिवें रूह दा खंभा हवा च उड़दा ना, रूह उड़दी दिसाई दित्ती। अपना आप दिस रहा है, मैनू किसे दा कोई बंधन नहीं, मैं आजाद हस्ती हां। अज उस आनंद नूं राय बुलार जी माणदे हन। हाथ बंद पद बंधन तारी उस्तत पद की गिरा उचारी। सतगुरां नूं नमस्कार करके राय बुलार साहब अपना पलंगा छड्ड के गुरु नानक साहब दे चरनां 'च ही बह गए ते गुरु चरनां दी उस्तत करदे आ कहंदे साहिबा तेरे मैं किहड़े किहड़े गुण गावां, मैं किवें अपनी जुबान दे नाल आखां तू बेशुमार है। धन धन पूरन गुरदेवा कृपा तुमार
ਲਖਿਓ ਅਸ ਭੇਵਾ। ਇੱਕੋ ਹੀ ਚਰਨਾਂ ਵਿੱਚ ਬੈਠ ਕੇ ਬੇਨਤੀ ਕਰਦੇ ਨੇ, ਅਰਜ਼ੋਈ ਕਰਦੇ ਨੇ, ਗੁਰਦੇਵ ਸਾਹਿਬ ਜੀ ਤੁਸੀਂ ਧੰਨ ਹੋ, ਧੰਨ ਹੋ। ਤੇ ਧੰਨਤਾ ਜੋਗ ਮੇਰਾ ਜੀਵਨ, ਮੈਂ ਆਪਣੇ ਆਪ ਵਿੱਚ ਅੱਜ ਤੈਨੂੰ ਵੇਖ ਲਿਆ। ਆਖੋ ਸਤਿਨਾਮ। ਅੱਗੇ ਤੇ ਲੱਗਦਾ ਸੀ ਰੱਬ ਹੋਰ ਆ ਤੇ ਅਸੀਂ ਹੋਰ ਆ। ਸਾਰਾ ਜ਼ਮਾਨਾ ਆਪਾਂ ਸਾਰੇ ਇਹੀ ਸਮਝਦੇ ਆ ਵੀ ਰੱਬ ਹੋਰ ਹੈ, ਰੱਬ ਕਿਤੇ ਦੂਰ ਬੈਠਾ ਹੈ ਸੱਤਵੇਂ ਅਸਮਾਨ ਤੇ। ਕੋਈ ਕਹਿੰਦਾ ਉੱਤੇ ਵਾਲਾ ਦੇਖਦਾ ਹੈ, ਉੱਪਰ ਵਾਲਾ ਹਿਸਾਬ ਲਊਗਾ। ਕਿਹੜਾ ਉੱਪਰ ਵਾਲਾ? ਗੁਰਬਾਣੀ ਨੇ ਕਿੱਥੇ ਕਿਹਾ ਵੀ ਕੋਈ ਉੱਪਰ ਵਾਲਾ ਤੇ ਕੋਈ ਨੀਚੇ ਵਾਲਾ? ਸਤਿਗੁਰ ਕਹਿੰਦੇ ਉੱਤੇ ਦਿਲਾਂ 'ਚ ਬੈਠਾ ਹੈ, ਤੁਰ ਅੰਦਰ ਬੈਠਾ ਹੈ, ਉਹ ਬਾਹਰ ਨਹੀਂ ਹੈ। ਸਮੁੱਚੀ ਸ੍ਰਿਸ਼ਟੀ ਦੇ ਵਿੱਚ ਇਹੋ ਵਿਸ ਸੰਸਾਰ ਤੂੰ ਨੇ ਦੇਖਦਾ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਤੈਨੂੰ ਪਰਮਾਤਮਾ ਪਿਆਰਾ ਸੱਜਣ ਸਾਰੇ ਸੰਸਾਰ 'ਚ ਹੀ ਨਜ਼ਰ ਆਉਣਾ, ਕਿੱਧਰ ਤੂੰ ਆਪਣੇ ਆਪ 'ਚੋਂ ਵੇਖ ਲਿਆ? ਅੱਜ ਨਹੀਂ ਦੱਸਿਆ। ਰਾਏ ਬੁਲਾਰ ਸਾਹਿਬ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਆ, ਕਹਿੰਦੇ ਮਹਾਰਾਜ ਮੈਂ ਕਿਵੇਂ ਤੈਨੂੰ ਬੇਅੰਤ ਕਹਿ ਦਿਆਂ, ਕਿਵੇਂ ਤੈਨੂੰ ਵੱਡਾ ਕਹਿ ਦਿਆਂ, ਕਿਉਂਕਿ ਤੇਰੇ ਮੇਰੇ 'ਚ ਹੁਣ ਫਰਕ ਹੀ ਨਹੀਂ ਰਿਹਾ ਕੋਈ। ਮੈਂ ਨਿਜ ਸਰੂਪ ਆਪਣਾ ਆਪ ਅੱਜ ਜਾਣ ਲਿਆ ਏ। ਰਾਗ ਦਵੈਖ ਦਵੈ ਸਿੰਘ ਸਮਾਨਾ, ਇਨਕੀ ਭੈ ਤੇ ਮੁਝੇ ਮਚਾਨਾ। ਆਖਣ ਲੱਗੇ ਸਤਿਗੁਰੂ ਜੀ ਮੈਂ ਰਾਗ ਦਵੈਖ ਪ੍ਰੇਮ ਤੇ ਈਰਖਾ ਦੇ ਦੋ ਸ਼ੇਰਾਂ ਤੋਂ ਬਚ ਗਿਆ, ਕਿਉਂਕਿ ਹੁਣ ਇਹ ਸ਼ੇਰ ਮੇਰੇ ਮਿੱਤਰ ਬਣ ਗਏ, ਦੁਸ਼ਮਣ ਨਹੀਂ ਨੇ। ਅੱਗੇ ਮੈਨੂੰ ਲੱਗਦਾ ਸੀ ਇਹ ਮੇਰਾ ਬਹੁਤਾ ਪਿਆਰਾ ਤੇ ਇਹ ਮੇਰਾ ਬਹੁਤ ਜ਼ਿਆਦਾ ਦੁਸ਼ਮਣ ਹੈ, ਵੈਰੀ ਹੈ। ਸਾਹਿਬਾ ਹੁਣ ਤੇ ਤੇਰਿਆਂ ਚਰਨਾਂ ਦਾ ਪ੍ਰੇਮ ਮਿਲ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਏ ਬੁਲਾਰ ਸਾਹਿਬ ਹੁਣ ਤੁਸੀਂ ਕੌਣ ਹੋ? ਜਦੋਂ ਪੁੱਛਿਆ ਨਾ ਮਹਾਰਾਜ ਨੇ ਆਖਰੀ ਸਵਾਲ, ਤੁਸੀਂ ਕੌਣ ਹੋ? ਕਹਿੰਦੇ ਸਤਿਗੁਰੂ ਮੈਂ ਤੇਰਾ ਰੂਪ ਹਾਂ, ਤੂੰ ਮੇਰਾ ਰੂਪ ਹੈ। ਆਖੋ ਸਤਿਨਾਮ। ਮੇਰਾ ਆਪਣਾ ਇਖਲਾਕੀ ਤੌਰ ਤੇ ਹੁਣ ਕੋਈ ਵਜੂਦ ਨਹੀਂ ਹੈ। ਗ੍ਰਸਿਓ ਸਰਪ ਦੀਰਘ ਹੰਕਾਰਾ, ਦੀਨ ਜਾਨ ਕਮਲੀਨ ਉਬਾਰਾ। ਸਤਿਗੁਰ ਕਹਿੰਦੇ ਕੀ ਦੱਸਣਾ ਹੁਣ ਤੁਹਾਨੂੰ, ਨਜ਼ਰ ਕੀ ਆਉਂਦਾ ਹੈ? ਕਹਿੰਦੇ ਪਰ ਜੇ ਅੱਜ ਸਮਝ ਆਈ ਹੈ ਮੈਨੂੰ ਤੇ ਹੰਕਾਰ ਦਾ ਫਨੀਅਰ ਕੋਬਰਾ ਨਾਗ ਡਸਦਾ ਸੀ, ਫਰਾਟੇ ਮਾਰਦਾ ਸੀ ਹੰਕਾਰ। ਤੀਸਰੀ ਵਾਰ ਦਾ ਛੋਟੇ ਜਿਹੇ ਬੱਚੇ ਤੋਂ ਲੈ ਕੇ ਇੱਕ ਚਿੱਟੇ ਕੇਸਾਂ ਵਾਲੇ ਬਜ਼ੁਰਗ ਤੱਕ ਹਰੇਕ ਬੰਦੇ ਤੋਂ ਭਾਵੇਂ ਤੁਰਿਆ ਜਾਵੇ ਨਾ ਜਾਵੇ, ਹੰਕਾਰ ਦਾ ਸੱਪ ਛੂਟਦਾ ਹੈ, ਪਰ ਸਮਝ ਨਹੀਂ ਹੁੰਦਾ। ਹੰਕਾਰੀ ਬੰਦੇ ਨੂੰ ਕਦੇ ਨਹੀਂ ਲੱਗਦਾ ਮੈਂ ਹੰਕਾਰ ਕਰ, ਉਹਨੂੰ ਲੱਗਦਾ ਮੈਂ ਸੁਭਾਵਿਕ ਸੱਚ ਬੋਲਦਾ। ਕਾਮੀ ਬੰਦੇ ਨੂੰ ਕਦੇ ਨਹੀਂ ਲੱਗਦਾ ਮੇਰੀ ਬਿਰਤੀ ਕਾਮੀ ਹੈ, ਮੈਂ ਲੋਕਾਂ ਨੂੰ ਸਾਰਾ ਦਿਨ ਵੇਖਦਾ ਰਹਿਣਾ, ਉਹਨੂੰ ਨਹੀਂ ਲੱਗਦਾ ਲੋਕ ਦੱਸਦੇ ਤੇ ਬੁਰਾ ਹੁੰਦਾ। ਕ੍ਰੋਧੀ ਬੰਦਾ ਸਾਰਾ ਦਿਨ ਕ੍ਰੋਧ ਕਰਦਾ, ਹਰ ਇੱਕ ਨਾਲ ਕਲੇਸ਼ ਕਰਦਾ ਹੈ। ਕਲੇਸ਼ੀ ਬੰਦੇ ਨੂੰ ਕਹਿ ਕੇ ਵੇਖੋ ਤੂੰ ਤੇ ਕਲੇਸ਼ ਦਾ ਘਰ ਹੈ, ਤੂੰ ਘਰ ਨਾ ਹੋਵੇਂ ਤੇ ਲੜਾਈ ਨਹੀਂ ਹੁੰਦੀ। ਕਹਿੰਦਾ ਤੁਸੀਂ ਮੈਨੂੰ ਕੱਟਣ ਨੂੰ ਫਿਰਦੇ ਹੋ, ਤੁਸੀਂ ਮੈਨੂੰ ਵੇਖ ਕੇ ਨਹੀਂ ਡਰਦੇ। ਉਹ ਦੂਜੇ ਤੇ ਦੂਸ਼ਣ ਲਾਏਗਾ, ਦੂਜੇ ਤੇ ਆਬਲ ਥੋਪੇਗਾ, ਆਪਣਾ ਆਪ ਉਹਨੂੰ ਹਮੇਸ਼ਾ ਸੁਚੱਜਾ ਲੱਗਦਾ ਹੈ। ਰਾਏ ਬੁਲਾਰ ਜੀ ਕਹਿੰਦੇ ਮਰਦ ਮੈਨੂੰ ਤੇ ਅੱਜ ਸਮਝ ਆਈ, ਮੈਂ ਉੱਚੀ ਅਵਸਥਾ ਤੇ ਚੜ੍ਹ ਕੇ ਵੇਖਿਆ ਵੀ ਘਰ ਘਰ ਵਿੱਚ ਇਹੀ ਅੱਗ ਮੱਚਦੀ ਹੈ। ਹਰ ਘਰ ਵਿੱਚ ਹੰਕਾਰ ਹੈ, ਹਰ ਘਰ ਵਿੱਚ ਹਉਮੈ ਹੈ, ਹਰ ਘਰ ਦੇ ਵਿੱਚ ਮੋਹ ਹੈ। ਕਦੇ ਮੈਂ ਵੀ ਇਸ ਮੋਹ ਵਿੱਚ ਫਸਿਆ ਤੇ ਗਰਸਿਆ ਸੀ, ਪਰ ਅੱਜ ਮੈਨੂੰ ਆਪਣਾ ਆਪ ਸਕੂਨ ਵਰਗਾ ਲੱਗਦਾ ਵੀ ਜਿਵੇਂ ਮੇਰਾ ਕੋਈ ਦੁਸ਼ਮਣ ਨਹੀਂ, ਮੇਰਾ ਕੋਈ ਵੈਰੀ ਨਹੀਂ। ਕੋਈ ਦੁਨੀਆ 'ਚ ਐਸਾ ਦੇਸ਼ ਹੈ ਜਿੱਥੇ ਦਾ ਮਨੁੱਖ ਪੀਸਫੁਲੀ ਹੋਵੇ, ਆਖੇ ਦੀ ਮੈਨੂੰ ਜ਼ਰੂਰਤ ਕੋਈ ਨਹੀਂ। ਅਮਰੀਕਾ ਤੋਂ ਲੈ ਕੇ ਏਸ਼ੀਆ ਜਿੰਨਾ ਵੀ ਹੈ, ਯੂਰਪ ਜਿੰਨਾ ਵੀ ਹੈ, ਕੋਈ ਇੱਕ ਸੂਬਾ ਦੱਸ ਦਿਓ, ਕੋਈ ਇੱਕ ਦੇਸ਼ ਦੱਸ ਦਿਓ, ਕੋਈ ਕੰਟਰੀ ਦੱਸ ਦਿਓ, ਕੋਈ ਐਸਾ ਮਹਾਦੀਪ ਦੱਸ ਦਿਓ ਜਿੱਥੇ ਦਾ ਬੰਦਾ ਆਖੇ ਮੈਂ ਸੰਤੁਸ਼ਟ ਹਾਂ। ਨਹੀਂ, ਕੋਈ ਸੰਤੁਸ਼ਟ ਨਹੀਂ ਹੈ, ਸਭ ਦੁਖੀ ਨੇ, ਸਭ ਨੂੰ ਵਿਕਾਰ ਸਤਾਉਂਦੇ ਆ। ਸੁਖੀ ਉਹੀ ਹੈ, ਸੁਖੀ ਹਰਿ ਕੇ ਦਾਸ, ਜਿਨ੍ਹਾਂ ਰੱਬ ਦਾ ਨਾਮ ਜਪੇ, ਜਿਨ੍ਹਾਂ ਨੂੰ ਆਪਣੇ ਆਪ ਦੀ ਸੋਝੀ ਆਈ ਹੈ। ਰਾਏ ਬੁਲਾਰ ਸਾਹਿਬ ਸਾਰੀ ਜ਼ਿੰਦਗੀ ਸਾਰਾ ਜੀਵਨ ਭਗਤੀ ਕਰਦੇ ਸੀ, ਪਰ ਅੱਜ ਆਪੇ ਦੀ ਪਛਾਣ ਹੋ ਗਈ। ਅਸੀਂ ਤੇ ਬੁੱਢੇ ਹੋ ਗਏ, ਉਮਰਾਂ ਲੰਘ ਗਈਆਂ, ਰੱਬ ਦੇ ਘਰ ਵੀ ਆਉਂਦੇ ਰਹੇ ਸਾਰੀ ਜ਼ਿੰਦਗੀ, ਆਪੇ ਦੀ ਪਛਾਣ ਨਹੀਂ ਕੀਤੀ, ਲੋਕਾਂ ਦੀਆਂ ਪਛਾਣਾਂ ਕੀਤੀਆਂ। ਕਿੰਨੇ ਲੋਕ ਗੁਰਦੁਆਰੇ ਆਉਂਦੇ ਆ, ਕਿਹੜਾ ਕਿੱਥੋਂ ਆਉਂਦਾ, ਕਿਹਦਾ ਮੋਬਾਈਲ ਨੰਬਰ ਕੀ ਹੈ, ਕਿਹਦਾ ਘਰ ਕਿੱਥੇ ਹੈ, ਕੌਣ ਕਿਹਨੂੰ ਜਾਣਦਾ ਹੈ, ਕੌਣ ਕਿਹਦਾ ਗਵਾਂਢੀ ਹੈ। ਸਿਰਫ ਗੁਰੂ ਘਰ ਧਰਮ ਦੀ ਥਾਂ ਤੇ ਆ ਕੇ ਅਸੀਂ ਇਹੀ ਜਾਣਿਆ
एक भी बंदा ऐसा नहीं है जिन्हें गुरु घर आके जाने होवे मैं कौन हां ते किथे खड़े आखो सतनाम। मेरे अंदर औगण किन्ने आ, मैं आपे दी पछाण करनी सी, मैं ते दुनिया दी शकीरियां कड्डी करदा। फलाना फलाने गुरुद्वारे जांदा है, उत्थे मेरा मामा रहिंदा है। तुसी फलानी थां तो आए हो, उत्थे मेरे नानके ने, ਇੱਥੇ ਮੇਰਾ ਦੋਸਤ ਹੈ, ਉੱਥੇ ਮੇਰਾ ਬੇਟਾ ਹੈ, ਉੱਥੇ ਮੇਰੀ ਬੇਟੀ ਹੈ। ਕਿਹੜੇ ਚੱਕਰਾਂ 'ਚ ਧਰਮ ਦੀ ਥਾਂ ਤੇ ਬੈਠੇ ਕਰਦੇ ਗੱਲਾਂ, ਕਿਉਂਕਿ ਅਸੀਂ ਬਾਹਰ ਦੀ ਹਉਮੈ 'ਚ ਬੜੇ ਹੁੰਦੇ ਹਾਂ। ਧਰਮ ਦੀ ਦੁਨੀਆ ਦੇ ਵਿੱਚ ਵੀ ਮਨੁੱਖ ਆਪਾ ਵਿਖਾਉਣਾ ਹੁੰਦਾ ਮੈਂ ਕਿੱਥੇ ਖੜਿਆ। ਪਰ ਰਾਏ ਬੁਲਾਰ ਸਾਹਿਬ ਅੱਜ ਧਰਮ ਦੀ ਦੁਨੀਆ 'ਚ ਆ ਕੇ ਆਖਣ ਲੱਗੇ ਮਹਾਰਾਜ ਇੱਥੇ ਬੰਦਿਸ਼ ਕੋਈ ਨਹੀਂ, ਇੱਥੇ ਦੁੱਖ ਕੋਈ ਨਹੀਂ, ਇੱਥੇ ਸੁੱਖ ਵੀ ਕੋਈ ਨਹੀਂ। ਜੇ ਦੁੱਖ ਤੇ ਸੁੱਖ ਵੀ ਹੈ, ਜੇ ਹਨੇਰਾ ਤੇ ਚਾਨਣ ਵੀ ਹੈ, जे चंगा ते माड़ा भी है, रब दे प्यारे इन्हां चीज़ां तो उच्चियां उठ जांदे हो। कहंदे ना कोई वैरी, ना कोई मित्र, ना कोई चंगा, ना कोई माड़ा। जे मैनूं कोई सब तो बुरा लगदा है वो मैं, ते आपां की कहते हैं जे दुनिया 'च कोई चंगा ते वो भी मैं। आखो सतनाम। जमीन आसमान दा एक नॉर्थ पोल हो गया, एक साउथ पोल हो गया, दिशावां दे फर्क पै गए। बंदगी वाले कहते कबीर सब ते हम बुरे, कहते मैं सारियां तो बुरा, चंगा कौन है हम तज। तज कहते छड्डो, मैनू छड्ड दिओ, भनू सब बुरे, सारे चंगे ने। जे दुनिया विच कोई बुरा वेखना वो मैं हां। इत्थे मैं किहड़ी है निमरता वाली, ते साडी मैं किहड़ी है वो मेरे वर्गा चंगा ही कोई नहीं। मेरे वर्गा चंगा दोस्त, मेरे वर्गा चंगा सलाहकार, मेरे वर्गा चंगा दिलदार, मेरे वर्गा दानी, मेरे वर्गा प्यारा है कोई। साडी हौवे सानू इत्थे लई खड़ी है। ते राय बुलार साहब कहते महाराज कदे ये चीज़ां मैनू अपनियां लगदियां सी, अज मैनू अपनियां नहीं लगदियां, क्योंकि मैनू हुण आस नहीं कोई भी ये मैनू दुख देगा, आ मैनू सुख देगा। क्योंकि सुख दुख दीयां चीज़ां बड़ियां थल्ले दीयां, बड़ियां नाजुक। हुण एक हाई क्लास ऑफिसर हो, कोई IPS ऑफिसर है, उन्होंने की पता है भी सिपाही की ड्यूटी में कितने दुख ने। सिपाही की 8-8 घंटे ड्यूटी करता है, 10-10 घंटे ड्यूटी करता है, पर जो बड़ा सीनियर ऑफिसर है वो 1 घंटा रहता है। वो भी सिविल च बैठा होता है, ड्रैस पावे ना पावे कई बार हुक्म ते चलता नहीं। वो छोटे दे दुखों को नहीं जान सकता, क्योंकि उन्हें सुख मारे वड्डियां गड्डियां च घूमे, उन्होंने की पता धुप्पे किदां खड़ना है, चौक ते किदां खड़ना है। इसे तरह जब बंदगी दे राहां ते कोई आ जाता है, वो दुनियावी दुखां सुखां की परवाह नहीं करता। कहना मैं इन्हां नूं नहीं, ये मेरे है ही ना, धी मेरी ना पुत मेरा, ना परिवार मेरा, ना मित्र मेरे। आप जी ने पिछले दिनों से सारा सरवण किया, यही चीज़ां गुरु साहब ने राय बुलार विचों कढ़ दित्तियां। तो कहंदे सब सृष्टि है, जिहो जे मेरे धी पुत उहो जिहा संसार। असीं मनदे हां नहीं, ਅਸੀਂ ਕਹਿੰਦੇ मेरा परिवार साडे वर्गा कौन हो सकता, मेरे बच्चियां वर्गा। दूजे दे बच्चियां च औगण दिसणगी, बुराई दिसेगी, क्यों? क्योंकि अंदर दी हौमे सौण नहीं दिंदी। पर राय बुलार साहब कहते पातशाह सब खेडां तेरियां ने, तुहाडी रजा नाल, तुहाडी किरपा नाल मैं सब कुछ जाणिया है। अब मैं आत्म रूप पछाना, यह जाने जग के दुख हाना। आज मैं अपनी आत्मा के रूप नूं पछाण लिया ते दुनिया के दुख मैनूं इदां दिसदे आ जिवें सामने पत्थर पिया होवे। पर कहंदे इन्हां दुखां नूं वेख के मैं हुण दुखी नहीं हां। जदों मैं संसार के पद्धर ते जिउंदा सी, दूजे दा दुख वेख मेरा मन दुखी हो जांदा सी, दूजे दा सुख देख मैनूं नींद नहीं सी आउंदी। हाय हाय इहदे कोल एडी वड्डी गड्डी, ਇਹਦੇ ਕੋਲ ਇੰਨਾ ਪੈਸਾ, ਇਹ ਇੰਨਾ ਅਮੀਰ, ਇਹਦੇ ਬੱਚੇ ਸੈਟਲ। ਕਦੋਂ ਹੁੰਦਾ ਹੈ? ਸੰਸਾਰੀ ਫਿਰਦੀ ਆ ਤੇ ਰੱਬ ਦਾ ਪਿਆਰਾ ਬੰਦਗੀ ਵਾਲਾ। ਰਾਏ ਬੁਲਾਰ ਸਾਹਿਬ ਕਹਿੰਦੇ ਮਹਾਰਾਜ ਹਰ ਇੱਕ ਜੀਵ ਵੱਲ ਵੇਖ, ਰਸਨਾ ਚੋਂ ਇੱਕ ਹੀ ਸ਼ਬਦ ਨਿਕਲਦਾ ਹੈ, ਦਾਤਿਆ ਤੇਰਾ ਸ਼ੁਕਰ ਹੈ। ਆਖੋ ਸਤਨਾਮ। ਹਰ ਪਲ ਗੁਜ਼ਰਦਾ ਹੈ ਤੇਰੇ ਸ਼ੁਕਰਾਨੇ ਵਿੱਚ। ਅਸ ਪਰ ਕਰ ਕੋ ਸੁਣਿਆ ਉਪਦੇਸ਼ੋ, जान्यो सहज स्वरूप नरेशो। गुरु नानक साहब महाराज मुस्कुरा के आखन लगे राय बुलार जी अज तुसी अपने रूप नूं पछाणिया ते जाणिया ही, तुसी कौन हो? कहंदे महाराज मैं नहीं, कछ भाव नहीं, किछ आहे ना मोरा, अवसर लज्जा राख ले हो सतना जन तोड़ा।
ना मैं हाँ, ना मेरा है, ना मेरा कुछ होएगा। मेरी लज्जा रखियो, मेरी लाज रखियो, मैं ते तेरा हाँ। रायबलार साहब कहते हैं, कहते हैं गुरु नानक साहब महाराज, मैं सिर्फ तेरा हाँ ते तू मेरा है। ਅਸੀਂ ਦੁਨਿਆਵੀ ਤੌਰ ਤੇ ਕਹਿੰਦੇ ਆ ਵਾਹਿਗੁਰੂ ਦੇ ਘਰ ਸੁੱਖ ਨੇ ਤੇ ਦੁਨੀਆ ਵਿੱਚ ਦੁੱਖ ਨੇ, ਮੰਨਦਾ ਕਿ ਨਾ? ਜਿੱਦਣ ਆਪਣੇ ਤੇ ਦੁੱਖ ਆਇਆ ਹੁੰਦਾ ਨਾ, ਚੀਕਾਂ ਮਾਰ ਕੇ ਕਹਿੰਦਾ ਹਾਏ ਰੱਬਾ ਤੂੰ ਮੇਰਾ ਕਿਉਂ ਮਾੜਾ ਕਰਤਾ, ਮੈਂ ਤੇ ਝੂਠੇ ਮੱਥਾ ਟੇਕਣ ਜਾਂਦਾ ਸੀ, ਮੈਂ ਤੇ ਮਹੱਲੇ ਦੇ 5 ਗੁਰਦੁਆਰੇ ਨਹੀਂ ਛੱਡੇ ਤੇ ਤੂੰ ਮੇਰੀ ਮਾੜਾ ਕਰਤਾ। ਉਦੋਂ ਕਿੱਧਰ ਹੁੰਦਾ? ਉਦੋਂ ਵੀ ਕਰਿਆ ਕਰ, ਤਨ ਤੇ ਦੁੱਖ ਆਇਆ, ਤਨ ਤੇ ਸੁੱਖ ਆਇਆ, ਘਰ ਪਰਿਵਾਰ ਵਿੱਚ ਕੋਈ ਮਾੜੀ ਘਟਨਾ ਵਾਪਰੀ, ਉਦੋਂ ਵੀ ਸ਼ੁਕਰ ਕਰਕੇ ਆਖੀ ਦਾਤਾ सब तेरी रजा, तेरा पाना, तेरा शुक्र है। कि विरला ही कहोगा ना। गुरु नानक साहब महाराज कहते राय बलार जी अज बड़ी गल, अज होई कृपा, कहते बादशाह कृपा तुसी कीती। अगे कहते सी मैं राय बलार, मेरा राज भाग, मेरे धी पुत सतगुरु दी मैनू दर्शन दे दिया गुरु आके। दर्शन दे अगे भी मंगते सी कि दर्शनां नाल कोई तर जांदा है? बाणी पढ़ो विचारो पता लग जाना। इत्थे ते भी लोग सी सारी जिंदगी गुरु के दर्शन करते रहे, गए फिर नरकां नूं आखो सतनाम। बड़े लोग तुहानूं मिलणगे, नाम सारी जिंदगी जपते रहे, अंदरों हौमे नहीं गई, अंत वेले फिर दुखी। पर जिस ते गुरु की कृपा होगी ना, वो गरीबी में उठ के भी बंदगी करता है, वो बादशाह हो के भी सिमरन च जुड़िया है, क्योंकि एकाग्र चित्त सहज आ गया, अंदर संतोख आ गया, काल खत्म हो गई है। साडे जो काल नहीं गई है, जग के पदार्थों की काल साडे ते कितनी है। मैं अपने पक्ष का काम तो हुणे कर ला, जो दूजे ने काम कहता ना जा पानी का गिलास कहता रुक जा 2 मिनट जरिया नहीं जाता। ते जे आप प्यास लगी होवे ते घरे नारद नचाया हुंदा पानी दे दो, कदों दा बैठा दिसदा नहीं, क्योंकि माया आउंदे मेरा काम हो जाए ते छेती हो जाए, एकदम हो जाए ते दूजे दा 4 दिन लेट भी हो जाए। कि दुनियावी गति है बंदे दी हौमे हंकार वाली। राय बुलार साहब कहते मन मेरे ते सारे भले लगन लगे आ, मैनू सब चंगे लगन लगे, मैं जिथे भी देखदा गुरु नानक साहब पातशाह अगे मैनू तुसी दिसदे सी दूर बैठे, अज मैनू हर कंध दीवार विचों भी तुसी नजर आउंदे हो। आखो सतनाम। ऐस अवस्था दे मालक राय बुलार साहब सतगुरां दा उपदेश पाके होया। उपदेश मनना पैंदा है, तमाउना पैंदा है। ये नहीं मैं पाठ सुन लिया मेरा भला होगा, किते ना किते माड़ा मोटा फर्क पैंदा है। जे यही होता ना ते गुरु साहब नूं मन्ने दीयां 4 पौड़ियां ना उचारनियां पैंदियां। पहला कहते सुन, लास्ट विच मन्ने दी गल करदे आ, सुनिया सिद्ध पीर सुरनाथ पहलियां पौड़ियां। अगे की कहते आ मन्ने की गत कही ना जाए, जे को कहे इच्छा पछताए। कहते जे कोई कहते ना तू बहुत बड़ा, वो भी पछताउंदा मैं तेनू बड़ा कहता ते मेरे छोटे शब्द ने बड़ा, ते भी अंत है। सुनिया मन्निया मन कीता भाओ अंतरगत तीर्थ मरना हो। महाराज कहते सुन के मनना पैना है। हुण मैं कहा मान लो जी मैं सुनिया गुरुद्वारा साहब कहते सी भी तीर्थां ते जाना चाहिए, किसी नूं माड़ा नहीं कहना चाहिए। सुनिया मैं मन भी लिया, तू मैनू 4 गालां कड्डियां, मैं माड़ा नहीं किया। सच्ची गल है, मन्निया ना अंदर की चलदा है। पुत कोई गल नहीं, अज बच गए हैं, कदे वक्त आऊ तैनू भी तारे विखावांगे। आखो सतनाम। कदे ओही बंदा जिहड़ा साडा दुश्मन बनया ना, ਉਹਨੂੰ ਸਾਡੇ तक लोड़ पैगी, फिर लटकाल लगा के गल्लां करदा, कहदा देखिया फिर आ गया ना। हुण मैं तेनू उਦੋਂ ही कहंदा सी ये की है, सुनिया भी है मन्निया भी है, पर अंदर भाव नहीं कीता, रब दा डर नहीं रखिया। ते हुण मैं कहां जी मैं ते 5 बाणियां भी पढ़दा, मैं ते गुरुद्वारे भी 2 टाइम जाना, कोई फर्क नहीं पैंदा। जे मानी ना बदलिया फिर ते गुरुद्वारा भी तेरे लिए आम गल है, जिवें आम करो तो गुरु घर है। पर जिधर तेरे अंदर भावना आ गई ना, फिर की होएगा? घर घर अंदर धर्मसाल होए कीर्तन सदा वसुआ। तेनू हर घर धर्मशाल गुरुद्वारा लगेगा। अजे ते सानू गुरुद्वारा भी नहीं लगदा। आखो सतनाम। इत्थे भी आके वेखदे चादर किहो जी है, पर्दा किहो जिहा लाया है, झुलुआ किहो जिहा है, फलाना की करदा है, तू खड़ा कित्थे है, बैठा कित्थे है? ना रब च कमी, ना रब दे प्यारियां च कमी, कमियां तेरे च ने, तू अंदरों अजे भी काल है। इत्थे आके भी बदलिया, इत्थे आके भी बदलिया नहीं। ये हालत है साडे जीवन। राय बुलार साहब कहते मर्द मेनू सारा कुछ चंगा नहीं,
मैनू कोई छोटा नहीं लगता, मैनू कोई गरीब नहीं लगता, मैनू कोई अमीर भी नहीं लगता, क्योंकि दुनिया के सुख की ने, अमीरां दे सुख सानू भाउंदे आ ते गरीबां दे दुख परेशान करदे आ। पर नाम जपण वाले ना सुखां पिछे भजदे ते ना दुखां तो डरदे ने। एक आत्मा व्यापक सारे, उतो भेद सौ दूर निवारे। कहते हुण किवें वेखदे हो दुनिया नूं, किहड़ी नज़र नाल तकदे हो? कहंदे महाराज एक आत्मा सारिਆਂ 'ਚ वसी होई है। अगे मैनूं फर्क लगदा सी भी मैं वखरा, आत्मा वखरी ते रब वखरा। ਜਦੋਂ तक सुनिया नहीं राय बुलार ने, मन्निया नहीं, मन के विचारिया नहीं, उदों तक गल नहीं बनी। भावें सारी जिंदगी गुरु नानक साहब नूं मिलदे किड्डे वड्डे भावे ते गुरु साहब भी किन्ना प्यार करदे आ। ये फिर एक ही रौला पै गया सी, जिन्हें गुरु साहब नूं एक बार तकिया वही मुक्त हो जांदा ते राय बुलार साहब सारी जिंदगी मर्द दे दर्शन करदे मुक्त नहीं ने। तुहाडे अंदर ये सवाल आउंदा होना भी इन्नी बार मर्द मिले, इन्नी बार किया तू मेरा रूप अच की है? गुरु जन्मा जन्मां दे बंधन कट दिया भी ये जन्म ते तेरा सफल है प्यारिया। किते सूक्ष्म ईगो कंडा है पैर विच वजया, नहीं कढ़वाया, कहते कुछ नहीं होया, पता नहीं लगता। बड़े बुजुर्ग ने पुछ के वेखो, कंडे वजे होए 20-20 साल बाद ही चुभ लिया। बचियां होइयां सट्टां ते जिन्हां दे लगियां गोलियां, अत दी सर्दी विच जाके पुछो हड्डियां दे की हाल ने। 15-25 साल बाद, 30 साल बाद सट हरी रही है, वो जख्म भरदा ही नहीं। मर्द लिखते आ ना, ज्यो ज्यो चलै चुभै दुख पावै, जमकाल सह है सिर डंडा है। कहते जमा दा डंडा भी सिर ते तेरे वजना ते जख्म भी तेरे अंदर हमें दे रहने, बजदी रहने। गुरु नानक साहब सच्चे पातशाह के वचनों को सुन के अज निहाल हो गए। अज गुरु साहब ने जन्मा जन्मा के रोग कटते राय बुलार साहब ते जिन्हों कहते मुक्त, बदे मुक्त जीवन मुक्त। एक तो होंदा ना भी एक जन्म सफला, विआह जन्म सफला कर लिया, कोई नहीं, अगला जन्म मर्द सिखां दे घरे भेज दी, जिथे मर्जी भेज। पर राय बुलार साहब को की महाराज ने कहा कहते तू मेरा रूप है, वो कहते महाराज मैं सदा ही तेरे नाल रहना। महाराज कहते अभेद हो। हुण गुरु नानक साहब दे विच कोई कमी है, कोई दोष है? नहीं ना, पवित्र ने ना हो। ते राय बुलार साहब उन्होंने पवित्र आत्मा बना। कहते पातशाह अज मैं अपनी आत्मा को पछाणिया, मैनूं चिंता ही कोई नहीं, मैनूं दुख ही कोई नहीं। तो सानूं पुछे भी भाई साहब पाठ करते हो इन्ने सालों तो, बड़ी बंदगी करते हो, बड़िया लोगों को जोड़ते हो, किन्ने सुखी हो? मैं कहना मेरी गल छड्डो, जिहड़ा वड्डे वड्डे दावे करदा ना भी मैं बहुत सुखी हाँ, रब तो डर के कहना 5 मिनट कोल बिठा लिओ। ਇਹੋ ਜਿਹੇ सवाल पूछाना, याद करेगा नासा के धुआं निकल आना है भी मैं सारी जिंदगी इन्ने माड़े कर्म किए, लोगों को कहता रहा मैं धर्मी हाँ। जिन्हां दे अंदर बंदगी है, जिन्हां दे अंदर सहज है, जिन्हां दे कोले नाम है, कोई उन्हां लई फर्क की है नजर दा? अपना पुੱਤ भी ओहो जिहा गुनहगार है जिहो जिहा दूजे दा। समनगर इहनूं कहते समदृष्ट। राय बुलार साहब ऐसे समदृष्ट गुरु नानक साहब का उपदेश लैके हो गए। कहते मर जा, मैनूं दुनिया झूठी भी लगदी ते दुनिया च वसिया तूं ही दसना। मैनूं किसे दी परवाह नहीं है, ना किसे दा डर सताउंदा ए। कर बुलार को भले निहाला, ओने आई निज सदन किरपाला। भुखे ने गरीब नवाज चरना च खड़ावा पाइया, राय बुलार साहब चरण नहीं छड़दे। मर्द ने सीस ते हथ रख के कहा भला भला भला। 3 शब्द कह के गुरु नानक साहब मर्द घर को चल पए। ते राय बुलार साहब सतगुर कहते अज तो तुहानूं साडे दर्शनां दी लोड़ नहीं है। ये बड़ियां गहरियां गल्लां ने। धर्म की है? अज माफ करियो, मेरे वर्गे लिए धर्म सिर्फ ते सिर्फ सच है। गुरु साहब की हजूरी च बैठिया एक धंधा है। अज दे समय यही कारण है। सोशल मीडिया ते रोज की वेखदे आ, लोग तड़फदे वेखदे आ। कोई सिख सिख दी सार पुछदा, असीं उन्हां लोकां नूं रोटियां खवाउंदे फिरदे जिहड़े सानूं रोज गालां कढदे सिखां नूं। रोज हुंदा ना ते जिहड़े गरीब सिख दिहाड़ियां करदे, कदे किसी ने सोचिਆ है भी अपने घर मैं रोटी खाना, मेरे गवांढ च फलाना भुखा पिया होना, मैं जाके पुछ के ले आवां। सिर्फ अज साडे कोल पखंड है, दिखावा है, ये हौमे दी होड़ लगी पई है भी तू मैथों वड्डा सिख नहीं हो सकदा, मैथों वध पाठ तू नहीं कर सकदा, मेरे जिन्ना गुरुद्वारे तू नहीं जा सकदा। जाओ ना जाओ कोई फर्क नहीं पैना, जे मन काला ही रहना आखो सतनाम
ਆ ਜਿੰਨੀ ਕਥਾ ਆਪਾਂ ਨੇ 5 ਦਿਨਾਂ ਤੋਂ ਵਾਚੀ ਹੈ, ਇਹ 'ਚ ਕੀ ਦਿਖਾਇਆ ਮਹਾਰਾਜ ਨੇ? ਸਤਿਗੁਰ ਕਹਿੰਦੇ ਮਨ ਦੀ ਕਾਰਜ ਛੱਡ, ਮਨ ਦੀ ਹੋਰਤਾ ਛੱਡ। ਸਾਡਾ ਹਾਲ ਕੀ ਹੈ? ਗੁਰੂ ਸਾਹਿਬ ਨੇ ਸਪਸ਼ਟ ਕਿਹਾ ਹੈ, ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਕਹਿੰਦੇ ਜਿਹੜੇ ਮਨ ਕਰਕੇ ਹੋਰ ਨੇ, ਜ਼ੁਬਾਨ ਕਰਕੇ ਹੋਰ ਨੇ, ਕਾਂਡੇ ਕੀ ਹੈ? ਕਹਿੰਦੇ ਉਹਨਾਂ ਦੇ ਕੰਢੇ ਕੱਚੇ ਆ। ਜਿਵੇਂ ਕੱਚੇ ਕੰਢਿਆਂ ਦਾ ਬਰਤਨ ਤੁਸੀਂ ਚੱਕੋਗੇ ਟੁੱਟ ਜਾਣਾ, ਕਿਸੇ ਕੰਮ ਨਹੀਂ ਨਾ। ਗੁਰੂ ਸਾਹਿਬ ਕਹਿੰਦੇ ਕੱਚੇ ਲੋਕ ਕੱਚੇ ਰਹਿਣਗੇ, ਕਿਸੇ ਵੀ ਧਰਮ 'ਚ ਆ ਜਾਣ। ਹੁਣ ਕੀ ਮਸੰਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨਹੀਂ ਸੀ? ਤੁਸੀਂ ਸਾਰਾ ਇਤਿਹਾਸ ਸੁਣਿਆ ਹੈ। ਹੁਣ ਉਹ ਮਸੰਦ ਰੋਜ਼ ਮਰਦ ਦੀ ਹਜ਼ੂਰੀ 'ਚ ਰਹਿੰਦੇ ਆ, ਰੋਜ਼ ਮੱਥੇ ਟੇਕਦੇ ਆ, ਸੇਵਾ ਕਰਦੇ ਆ, ਲੰਗਰਾਂ 'ਚ ਸੇਵਾ, ਸੰਗਤਾਂ ਦੀ ਸੇਵਾ। ਗਏ ਕਿੱਥੇ ਆ? ਗੁਰੂ ਸਾਹਿਬ ਨੇ ਆਪ ਜਿਉਂਦਿਆਂ ਨੂੰ ਕੜਾਹਿਆਂ 'ਚ ਸਾੜਿਆ, ਸਰੋਂ ਦੇ ਤੇਲ 'ਚ ਉਬਾਲ ਕੇ, ਗੁੜ ਦੇ ਵਿੱਚ ਉਬਾਲ ਕੇ। ਕਿਤੇ ਨੇ ਉਹ ਕਿਉਂ ਨਹੀਂ ਮੁਕਤ ਹੋਏ? ਗੁਰੂ ਦੇ ਹੱਥਾਂ ਤੋਂ ਮਰੇ, ਉਹ ਗੁਰੂ ਦੀ ਹਜ਼ੂਰੀ 'ਚ ਰਹਿੰਦੇ ਰਹੇ। ਉਹਨਾਂ ਵੀ ਸ੍ਰੀ ਸਾਹਿਬਾਂ ਬਣਿਆ, ਉਹ ਵੀ ਧਰਮ ਕਮਾਉਂਦੇ ਰਹੇ, ਪਰ ਕਿਤੇ ਨਾ ਕਿਤੇ ਮਨ ਕਾਲਾ ਸੀ। ਤਾਂ ਫਿਰ ਗੁਰੂ ਨੇ ਸੋਧੇ ਨੇ ਆਖੋ ਸਤਿਨਾਮ। ਤੇ ਜੇ ਮੈਂ ਸੋਚਾਂ ਮੈਂ ਧਰਮ ਦਾ ਲਿਬਾਸ ਪਾਇਆ ਮੈਂ ਬਚ ਜੂ, ਮੈਨੂੰ ਲਿਬਾਸ ਬਚਾ ਲੂ, ਨਾ। ਉੱਥੇ ਜਾਣਾ ਕੀ ਹੈ? ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੈ। ਬੰਦ ਕਹਿੰਦੇ ਆ ਕਰਤੂਤਾਂ ਨੇ ਤੇਰੀਆਂ ਬਾਰ ਦੇ ਦਿਖਾਵੇ। ਅਵਰ ਕਰਤੂਤ ਸਗਲੀ ਜਮ ਡਾਨੈ, ਕਹਿੰਦੇ ਜਮਾਂ ਦੇ ਕੋਲ ਤੈਨੂੰ ਡੰਡ ਲੱਗਣਾ। ਉੱਥੇ ਰੱਬ ਦੇ ਨਾਮ ਤੋਂ ਬਿਨਾਂ ਇੱਕ ਤਿਲ ਮਾਤਰ ਵੀ ਕੁਝ ਨਹੀਂ ਜਾਣਾ। ਤਿਲ ਕਿੰਨਾ ਕੁ ਹੈ? ਬਿਲਕੁਲ ਸਿਰਫ ਨਾਮ ਦੀ ਸਿਫਾਰਿਸ਼ ਹੈ, ਉੱਥੇ ਕਿਸੇ ਚੀਜ਼ ਦੀ ਸਿਫਾਰਿਸ਼ ਨਹੀਂ ਕਰਨੀ। ਤੇ ਨਾਮ ਕਿਹਨੇ ਜਪਣਾ? ਹਿਰਦੇ ਨੇ, ਮਨ ਨੇ। ਤੇ ਜਿਹਦਾ ਮਨ ਨਾਮ ਜਪਦਾ ਉਹ ਮਨ ਇੱਕ ਦਿਨ ਪਰਮਾਤਮਾ ਦਾ ਸਰੂਪ ਹੋ ਕੇ ਆਤਮਾ 'ਚ ਭੇਦ ਹੋ ਜਾਂਦਾ। ਰਾਏ ਬਲਾਸ ਸਾਹਿਬ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਬੜੇ ਖੁਸ਼। ਹੁਣ ਜਿੱਥੇ ਚਾਪੜਾ ਲੱਗਾ ਉੱਥੇ ਨਾਨਕ ਨਾਨਕ ਦਿਸਦੇ ਆ। ਰਸਨਾ ਵੀ ਉਹੀ ਬੋਲ, ਰੋਮ ਰੋਮ ਚੋਂ ਬੰਦਗੀ ਦੀ ਆਵਾਜ਼ ਆਉਂਦੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉੱਠ ਕੇ ਘਰ ਨੂੰ ਆ ਕੇ ਭਾਈ ਬਾਲਾ ਤੇ ਮਰਦਾਨਾ ਜੀ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲੇ ਨੇ। ਮਨ ਹੋ ਗਿਆਨ ਕੋ ਤਰਨ ਬਿਰਾਜੈ, ਜਿਹ ਕੇ ਦਰਸ਼ਨ ਕਲਮਲ ਭਾਂਜੈ। ਉਹੀ ਰਾਏ ਬੁਲਾਰ ਸਾਹਿਬ ਚੌਂਕੜਾ ਮਾਰ ਕੇ ਬੁਢਾਪੇ 'ਚ ਬੈਠੇ ਰਹਿੰਦੇ ਆ। ਕਹਿੰਦੇ ਸਰੀਰ ਦੀ ਬਜ਼ੁਰਗਤਾ ਖਤਮ ਹੋ ਗਈ, ਬੱਤੇ ਹੋਏ ਸੀ ਨਾ। ਮੈਥੋਂ ਤੁਰਿਆ ਨਹੀਂ ਜਾਂਦਾ, ਮੈਥੋਂ ਬੋਲਿਆ ਨਹੀਂ ਜਾਂਦਾ, ਮੈਥੋਂ ਵੇਖਿਆ ਨਹੀਂ ਜਾਂਦਾ, ਤੁਸੀਂ ਆ ਜਾਓ ਚੱਲ ਕੇ। ਸਰੀਰ ਝਗੜਿਆ ਸੀ ਕਿਹਨੇ? ਮਾਇਆ ਨੇ। ਅੱਜ ਜਦੋਂ ਮਾਇਆ ਉਸ ਸਰੀਰ 'ਚੋਂ ਨਿਕਲ ਗਈ, ਆਤਮਾ ਨਾਲ ਅਟੈਚ ਹੋ ਗਏ, ਪੈਚਅਪ ਹੋ ਗਏ। ਹੁਣ ਕੀ ਹੋਇਆ? ਫਿਰ ਬਾਣੀ ਲਿਖਦੀ ਗੁਰਮੁਖ ਬੁੱਢੇ ਕਦੇ ਨਹੀਂ। ਕੌਣ ਬੁੱਢੇ ਨਹੀਂ? ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਨੂੰ ਆਪਣੀ ਸੁਰਤ ਦਾ ਗਿਆਨ ਹੋ ਗਿਆ, ਉਹ ਕਦੇ ਬੁੱਢੇ ਨਹੀਂ। ਇੱਥੇ ਤੇ ਮੇਰੇ ਵਰਗਾ 80 ਸਾਲਾਂ ਦਾ ਹੋ ਕੇ ਨਾ ਜੇ ਦਾੜੀ ਚੱਟੀ ਆ, ਥੋੜਾ ਜਿਹਾ ਭੱਜ ਨੱਟ ਲੈਂਦਾ ਹੈ, ਕਹਿੰਦੇ ਬਾਬਾ ਜੀ ਤੁਸੀਂ ਬੁੱਢੇ ਨਹੀਂ ਹੋਏ। ਕਹਿੰਦਾ ਲੈ ਬਾਣੀ ਕਹਿੰਦੀ ਗੁਰਮੁਖ ਬੁੱਢੇ ਕਦੇ ਨਹੀਂ। ਉਹ ਸਾਡਾ ਭਲਾ ਕਿੱਥੇ ਹੋ? ਅਸੀਂ ਬਾਣੀ ਨੂੰ ਆਪਣੀ ਚਲਾਈ ਕਰਦੇ। ਕਿਹੜੀ ਅਵਸਥਾ 'ਚ ਗੁਰੂ ਸਾਹਿਬ ਉਚਾਰਦੇ ਆ? ਇੱਥੇ ਰਾਏ ਬੁਲਾਰ ਸਾਹਿਬ ਬਾਬਾ ਬੁੱਢਾ ਜੀ ਵਰਗੇ, ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖਾਂ ਲਈ ਬਚਨ ਨੇ, ਜਿਨ੍ਹਾਂ ਨੇ ਆਪਣਾ ਜੀਵਨ ਕਮਾਇਆ ਹੈ। ਕੋਈ ਅਸੀਂ ਤੇ ਉਹਨਾਂ ਦੇ ਪੈਰਾਂ ਦੀ ਜੁੱਤੀ ਦਾ ਧੋਣ ਵੀ ਨਹੀਂ ਆ। ਨਿਮਰਤਾ ਚਾਹੀਏ, ਨੀਵੇਂ ਹੋ ਜਾਈਏ। ਸਿੱਖੀ ਤੇ ਉਹਨਾਂ ਕਮਾਈ ਜਿਹੜੇ ਜੀਵਨ 'ਚ ਨੀਵੇਂ ਹੋ ਕੇ ਚਲੇ। ਆਕੜ ਵਾਲਿਆਂ ਤੇ ਗੁਰੂ ਸਾਹਿਬ ਨੇ ਸਦਾ ਹੀ ਝਾੜੇ ਆ, ਸਦਾ ਹੀ ਲਤਾੜੇ ਆ। ਅੱਜ ਗੁਰੂ ਨਾਨਕ ਸਾਹਿਬ ਦਾ ਸਰੂਪ ਕਹਿੰਦੇ ਰਾਏ ਬੁਲਾਰ ਜੀ ਨੂੰ ਆਪਣੇ ਆਪ 'ਚ ਦਿਸਦਾ। ਹੁਣ ਰਾਏ ਬੁਲਾਰ ਗੁਰੂ ਨਾਨਕ ਨੇ, ਦੋਨਾਂ ਵਿੱਚ ਫਰਕ ਕੋਈ ਨਹੀਂ। ਇਤਕ ਦਿਵਸ ਇਸ ਭਾਂਤ ਬਿਤਾਏ, ਸ਼ੁਭ ਮਗ ਦੀਨ ਜਗਤ ਜੋ ਆਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿੰਦੇ ਕੁਛ ਕੁ ਦਿਨ ਏਦਾਂ ਹੀ ਬਤੀਤ ਕੀਤੇ, ਸੁਭਾਵ ਗਏ ਨਹੀਂ ਵਾਪਸ। ਇਹਨਾਂ ਬਾਅਦ ਜਾ ਕੇ ਤੇ ਹੋਰ ਆਏ ਸੀ 1-2 ਦਿਨਾਂ ਵਾਸਤੇ। ਹੁਣ ਮਸਤ ਰਹਿੰਦੇ ਆ, ਆਪਣੇ ਆਪ 'ਚ ਰਹਿੰਦੇ ਆ। ਜਿਨ੍ਹਾਂ ਨੇ ਰਾਏ ਬੁਲਾਰ ਵਰਗੇ ਰਾਜਿਆਂ ਨੂੰ ਆਨੰਦ ਦੇਤਾ, ਆਪ ਕਿਹੜੇ ਆਨੰਦ ਚਾਹੀਦੇ? ਉਹੀ ਆਨੰਦ ਹੈ ਜਿਹਨੂੰ ਪਿਤਾ ਜੀ ਨਹੀਂ ਸਮਝਦੇ। ਉਹੀ ਆਨੰਦ ਹੈ ਜਿਹਨੂੰ ਸਤਿਗੁਰਾਂ ਦੇ ਮਿੱਤਰ ਨਹੀਂ ਸੀ ਸਮਝਦੇ। ਉਹ ਆਨੰਦ ਕਿਹੜਾ, ਰਸ ਕਿਹੜਾ ਹੈ? ਕਿਉਂਕਿ ਜਿਹੜੇ ਆਨੰਦ ਵਿੱਚ ਗੁਰੂ ਨਾਨਕ ਸਾਹਿਬ ਵਿਚਰਦੇ ਆ ਨਾ, ਉਹ ਆਪ ਪਰਮਾਤਮਾ ਪਰਮੇਸ਼ਵਰ ਸੀ। ਉਹ ਦੁਨੀਆ ਨੂੰ ਉਹ ਆਨੰਦ ਵੰਡਣ ਆਏ ਆ। ਰਾਏ ਭੋਏ ਦੀ ਤਲਵੰਡੀ ਦੇ ਕੁਝ ਸਾਧੂ ਲੋਕ, ਫਕੀਰ ਲੋਕ ਸਤਿਗੁਰਾਂ ਨੂੰ ਮਿਲਣ ਆਉਂਦੇ ਆ। ਜਿਹੜਾ ਅੰਦਰੋਂ ਮਿਲਦਾ ਤੇ ਸਤਿਗੁਰੂ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ। ਰਹਿਮਤਾਂ ਦੇ ਨਾਲ ਅੱਜ ਬਣਿਆਂ ਨੂੰ ਨਵਾਜ਼ਦੇ ਨੇ। ਕਮਲ ਬਦਨ ਇੱਕ ਦਿਨ ਨਿਜ ਸਦਨਾ,
ਸੈਨ ਕੀਆ ਦੋਖ ਨਿਕਦਨਾ। ਹਰ ਰੋਜ਼ ਸੱਚੇ ਪਾਤਸ਼ਾਹ ਦਿਨ ਦਿਹਾੜੇ ਜੰਗਲਾਂ ਚ ਆ ਜਾਂਦੇ ਆ, ਰਾਤ ਨੂੰ ਆਰਾਮ ਕਰਨ ਘਰੇ ਆਉਂਦੇ ਆ। ਕਹਿੰਦੇ ਕਈ ਦਿਨ ਇਦਾਂ ਹੀ ਬਤੀਤ ਹੋ ਗਏ, 10 ਕੁ ਦਿਨ। ਇੱਕ ਦਿਨ ਗੁਰੂ ਨਾਨਕ ਸਾਹਿਬ ਜੰਗਲ ਨਾ ਗਏ। ਗਰਮੀ ਦਾ ਸਮਾਂ, ਅੱਧ ਦੀ ਗਰਮੀ ਪੈ ਰਹੀ ਹੈ। ਗੁਰੂ ਸਾਹਿਬ ਨੇ ਨਾ ਚਿੱਟੀ ਚਾਦਰ ਓੜੀ, ਵਿਹੜੇ 'ਚ ਇੱਕ ਪਾਸੇ ਜਾ ਕੇ ਬਹਿ ਗਏ, ਪਲਗੇ ਤੇ ਪਏ ਆ। ਸਿਰ ਤੋਂ ਲੈ ਕੇ ਪੈਰਾਂ ਤੱਕ ਚਾਦਰ ਨਾਲ ਕੱਚਿਆ। ਮਾਂ ਤ੍ਰਿਪਤਾ ਨੇ ਵੇਖਿਆ, ਚੱਲ ਸ਼ੁਕਰ ਅੱਜ ਮੇਰਾ ਪੁੱਤ ਸੁਲਤਾਨ ਦੇ ਘਰ ਤੇ ਹੈ, ਬਾਹਰ ਤੇ ਨਹੀਂ ਗਿਆ। ਦੁਪਹਿਰਾ ਹੋਣ ਵਾਲਾ ਸੀ, 12 ਵਜੇ ਦਾ ਸਮਾਂ। ਮਾਂ ਤ੍ਰਿਪਤਾ ਬੜੀ ਖੁਸ਼ ਹੈ, ਬੜੀ ਪ੍ਰਸੰਨ, ਸ਼ੁਕਰ ਹੈ ਪੁੱਤ ਘਰ ਰਹਿਣ ਲੱਗ ਗਿਆ। ਕਿਉਂਕਿ ਅੱਜ ਪਹਿਲੇ ਦਿਨ ਪਏ ਵਾਰ, ਨਹੀਂ ਤੇ ਰਹਿੰਦੇ ਨਹੀਂ ਸੀ, ਸਾਰਾ ਦਿਨ ਜੰਗਲ 'ਚ ਬਤੀਤ ਕਰਨਾ, ਰਾਤ ਨੂੰ ਆਰਾਮ ਕਰਨ ਆਉਂਦੇ ਸੀ ਮੁਸਾਫਰਾਂ ਵਾਂਗੂ। ਅੱਜ ਜਦੋਂ ਸੱਚੇ ਪਾਤਸ਼ਾਹ ਚਾਦਰ ਓੜ ਕੇ ਪਏ, ਕਈ ਘੰਟੇ, ਸੁੱਤਾ ਸ਼ਬਦ ਵੀ ਨਹੀਂ ਵਰਤ ਸਕਦੇ ਗੁਰੂ ਸਾਹਿਬ। ਚਲੋ ਸਰੀਰ ਸੌਂਦਾ ਹੈ, ਰੂਹ ਤੇ ਆਤਮਾ ਨਹੀਂ ਸੌਂਦੀ। ਵਿਸ਼ਰਾਮ ਕਰ ਰਹੇ ਨੇ ਪਾਤਸ਼ਾਹ, ਸੋ ਰਹੇ ਆ, ਆਨੰਦ ਵਿੱਚ ਨੇ, ਸਰੀਰ ਵਿੱਚ ਕੋਈ ਹਿਲ ਜੁਲ ਨਹੀਂ ਹੈ, ਬੜੇ ਰਸ ਵਿੱਚ ਮਗਨ ਸਨ। ਇੱਕ ਘੰਟਾ ਬਤੀਤ ਹੋ ਗਿਆ। ਮਾਂ ਨੂੰ ਫਿਕਰ ਪਿਆ, ਪੁੱਤ ਮੇਰੇ ਤੇ ਸਵੇਰ ਦਾ ਕੁਝ ਖਾਧਾ ਹੀ ਨਹੀਂ, ਦੁਪਹਿਰ ਦੀ ਰੋਟੀ ਵਿੱਚ ਵੀ ਸਮਾਂ ਲੱਗ ਜਾਣਾ ਹੈ। ਜੇ ਇਹਨੂੰ ਜਗਾ ਦਿੱਤਾ ਕਿਤੇ ਨਾ ਹੋਵੇ ਉੱਠ ਕੇ ਜੰਗਲ ਨੂੰ ਫੇਰ ਲੰਘ ਜਾਵੇ। ਇਸ ਲਈ ਮਾਂ ਨੇ ਜਗਾਇਆ ਹੀ ਵੀ ਐਸੇ ਜਗਾਉਣ ਨਾਲੋਂ ਤੇ ਸੁੱਤਾ ਹੀ ਚੰਗਾ। ਆਖੋ ਸਤਿਨਾਮ ਕਰਦੇ ਹੈ ਪੁੱਤ ਮੇਰਾ। ਗੁਰੂ ਨਾਨਕ ਸਾਹਿਬ ਮਹਾਰਾਜ ਸੁਭਾਅ ਵੱਡੀ ਅੱਜ ਅੱਗੇ ਕਦੇ ਨਹੀਂ ਏਦਾਂ ਪਏ, ਆਰਾਮ ਤੋਂ ਪਏ। ਬੜੀ ਦੇਰ ਸਮਾਂ ਬਤੀਤ ਹੋ ਗਿਆ ਏ। ਤਹਿ ਛਿਨ ਅਸਨ ਹੋਤ ਪਤਿਆਰਾ, ਸਵਾਦ ਸਰਸ ਨਾਨਾ ਪ੍ਰਕਾਰਾ। ਅੱਜ ਜਦੋਂ ਸਤਿਗੁਰ ਘਰ ਨੇ ਤੇ ਮਾਂ ਨੂੰ ਬੜੀ ਖੁਸ਼ੀ ਹੋਈ ਵੀ ਕਿਉਂ ਨਾ ਜੇ ਪੁੱਤ ਮੇਰਾ ਘਰੇ ਆ ਤੇ ਮੈਂ ਇਹਦੇ ਪਸੰਦ ਦੀਆਂ ਚੀਜ਼ਾਂ ਬਣਾਵਾਂ। ਮਾਤਾ ਜੀ ਨੇ ਕਈ ਪ੍ਰਕਾਰ ਦੇ ਭੋਜਨ ਬਣਾ ਲਏ, ਦਹੀਂ ਚਾਵਲ, ਫੁਲਕਾ, ਉਹਦੇ ਦਾ ਹੋਰ ਕਈ ਚੀਜ਼ਾਂ। ਕਹਿੰਦੇ ਉਸ ਭੋਜਨ ਦੀਆਂ ਮਹਿਕਾਂ ਆ ਰਹੀਆਂ ਸੀ ਸਾਰੇ ਵਿਹੜੇ ਵਿੱਚ। ਤੇ ਮਾਤਾ ਜੀ ਨੂੰ ਬੜੀ ਖੁਸ਼ੀ ਹੈ ਵੀ ਅੱਜ ਮੇਰਾ ਪੁੱਤ ਮੇਰੀਆਂ ਅੱਖਾਂ ਸਾਹਮਣੇ ਬਹਿ ਕੇ ਭੋਜਨ ਛਕੂ ਤੇ ਮੇਰੇ ਅੰਦਰ ਨੂੰ ਤ੍ਰਿਪਤੀ ਆਜੂ। ਮਾਫ ਕਰਿਓ, ਇਹ ਕੋਈ ਦੁਨਿਆਵੀ ਪੁੱਤ ਨਹੀਂ ਤੇ ਨਾ ਦੁਨਿਆਵੀ ਮਾਂ ਹੈ, ਤੇ ਨਾ ਇੱਥੇ ਕੋਈ ਮੋਹ ਦੀ ਗੱਲ ਚੱਲ ਰਹੀ। ਕਈ ਵਾਰ ਨਾ ਅਸੀਂ ਗੁਰੂ ਦੀ ਕਥਾ ਸੁਣ ਕੇ ਆਪਣੇ ਪਰਿਵਾਰ ਦੀ ਘੁੰਮਦੇ ਫਿਰਦੇ ਹੁੰਦੇ ਆ ਵੀ ਇੱਥੇ ਮਾਂ ਨੇ ਆਪਣੇ ਪੁੱਤ ਦਾ ਜ਼ਿਕਰ ਕੀਤਾ, ਮਾਂ ਨੂੰ ਆਪਣਾ ਪੁੱਤ ਚੇਤੇ ਆਈ ਜਾਂਦਾ। ਸੁਣਦੇ ਗੱਲ ਗੁਰੂ ਦੀਆਂ, ਪੜ ਕੇ ਫੇਰ ਮੋਹ, ਪਚੀਏ ਮੋਹ, ਨਿਕਲੀਏ ਮੋਹ। ਇਹ ਗੁਰੂ ਸਾਹਿਬ ਕੱਢਦੇ ਆ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਰਾਮ ਚ ਪਏ, ਮਾਂ ਨੇ ਆਵਾਜ਼ ਮਾਰੀ, ਪੁੱਤ ਰੋਟੀ ਖਾ ਲੈ। ਰੱਬ ਨੇ ਸੁਣੀ ਨਾ, ਪਰਮਾਤਮਾ ਨੇ ਸੁਣੀ ਨਾ ਗੁਰੂ ਨਾਨਕ ਸਾਹਿਬ। ਮਗਨ ਪਏ ਆ ਜਿਵੇਂ ਕੋਈ ਭੂਖ ਨੀਂਦ ਵਿੱਚ ਥੱਕਿਆ ਰਾਹੀ ਮੁਸਾਫਰ ਸੁੱਤਾ ਹੁੰਦੇ। ਮਾਤਾ ਜੀ ਨੇ ਫੇਰ ਦੂਜੀ ਆਵਾਜ਼ ਮਾਰੀ, ਪੁੱਤ ਰੋਟੀ ਠੰਡੀ ਹੋ ਜਾਣੀ। ਇਹ ਹਰ ਮਾਂ ਦਾ ਸੁਭਾਅ ਹੁੰਦਾ ਹੈ, ਧੀ ਹੋਵੇ ਪੁੱਤ ਹੋਵੇ। ਮਾਂ ਇੱਕ ਤੇ ਚੁੱਲ੍ਹਾ ਅੰਦਰ ਮੱਚਦਾ ਹੈ, ਇੱਕ ਮਾਂ ਮੱਚੀ ਜਾਂਦੀ ਹੈ। ਪੁੱਤ ਰੋਟੀ ਖਾ ਲਾ ਛੇਤੀ ਠੰਡੀ ਹੋ ਜੂ, ਰੋਟੀ ਖਾ ਲਾ ਛੇਤੀ ਠੰਡੀ ਹੋ ਜੂ, ਇਹ ਹਰ ਮਾਂ ਦਾ ਸੁਭਾਅ। ਪਰ ਇਹਦੇ ਮਾਂ ਤ੍ਰਿਪਤਾ ਚਾਹੁੰਦੀ ਸੀ ਮੇਰਾ ਪੁੱਤ ਅੱਜ ਭੋਜਨ ਛਕ ਲੈ, ਪਤਾ ਨਹੀਂ ਫਿਰ ਕਦ ਛਕਣਾ ਨਹੀਂ ਛਕਣਾ। ਰਜਾ ਦੇ ਮਾਲਕ ਨੇ ਆਪਣੇ। ਦੂਜੀ ਆਵਾਜ਼ ਮਾਤਾ ਤ੍ਰਿਪਤਾ ਜੀ ਨੇ ਉੱਚੀ ਦੇਣੇ ਮਾਰੀ। ਗੁਰੂ ਨਾਨਕ ਸਾਹਿਬ ਜੀ ਤੇ ਭੂਖ ਨੀਂਦ ਵਿੱਚ ਨੇ, ਉਹਨਾਂ ਆਵਾਜ਼ ਸੁਣੀ ਨਾ। ਪਾਕਸ਼ਾਲ ਮਹਿ ਤ੍ਰਿਪਤਾ ਮਾਤਾ, ਵਿੰਜਨ ਕਰਵਾਏ ਤੇ ਤਾਤਾ। ਮਾਤਾ ਜੀ ਨੇ ਸੋਚਿਆ ਵੀ ਪੁੱਤ ਮੇਰਾ ਉੱਠ ਕੇ ਆਪ ਹੀ ਆ ਜਾਣਾ। 2 ਆਵਾਜ਼ਾਂ ਮਾਰਤੀਆਂ, ਹੋ ਸਕਦਾ ਕਈ ਵਾਰ ਹੁੰਦਾ ਨਾ ਬੰਦਾ ਉੱਠਿਆ ਉਹਦਾ ਭੇਸ ਨਹੀਂ ਮਾਰ ਕੇ ਜਾ ਹੁੰਦਾ। ਮਾਤਾ ਜੀ ਨੇ ਬੜੇ ਸੋਹਣੇ ਪਿੱਤਲ ਦੇ ਭਾਂਡਿਆਂ ਵਿੱਚ ਸਤਿਗੁਰਾਂ ਦੇ ਵਾਸਤੇ ਨਾ ਭੋਜਨ ਪਰੋਸ ਦਿੱਤਾ ਤੇ ਕਾਂਸ਼ੀ ਦੇ ਬਰਤਨ ਵਿੱਚ ਲੱਸੀ ਪਾ ਦਿੱਤੀ। ਵੇਖਿਆ 5 ਮਿੰਟ 10 ਮਿੰਟ ਬਾਅਦ ਨਹੀਂ ਆਈ। ਮਾਂ ਨੇ ਫੇਰ ਆਵਾਜ਼ ਮਾਰੀ, ਪੁੱਤ ਰੋਟੀ ਠੰਡੀ ਹੋ ਜਾਣੀ ਆ, ਵੇਖ ਤੇਰੇ ਪਦਾਰਥ ਬਣਾਏ ਮਿੱਠੇ ਭੋਜਨ ਤੇਰੇ ਲਈ, ਤੂੰ ਜੋ ਬਚਪਨ ਚ ਪਸੰਦ ਕਰਦਾ ਸੀ। ਤੀਜੀ ਆਵਾਜ਼ ਵੀ ਸੱਚੇ ਪਾਤਸ਼ਾਹ ਤੱਕ ਨਾ ਪਹੁੰਚੀ ਕਿਉਂਕਿ ਉਹ ਸਰੀਰਕ ਤੌਰ ਤੇ ਪਏ ਨੇ, ਅੰਦਰ ਪਤਾ ਨਹੀਂ। ਹੁਣ ਮਾਤਾ ਦੀ ਥੋੜੀ ਜਿਹੀ ਖੇਦ ਚੜ ਗਈ ਵੀ ਕੀ ਬਣਨਾ ਉਹਦੇ ਨਿਆਣਿਆਂ ਦਾ, ਰੋਟੀ ਪਕਾ ਕੇ ਕੀ ਖਾਣੀ ਤੇ ਪੱਕੀ ਨਹੀਂ ਖਾਂਦੇ। ਆਖੋ ਸਤਿਨਾਮ। ਅੱਜ ਵੀ ਸਾਰੇ ਮਾਂ ਬਾਪ ਤਾਂਹੀਓ ਦੁਖੀ ਆ ਨਾ, ਤਾਨੇ ਮਾਰਦੇ ਰਹਿੰਦੇ, ਕਹਿੰਦੇ ਤੁਹਾਡਾ ਤੇ ਬੜੀ ਬਣਾਈ ਰੋਟੀ ਤੁਸੀਂ ਖਾ ਨਹੀਂ ਸਕਦੇ, ਜਿੱਦਣ ਮਾਂ ਮਰ ਗਈ ਉਦੋਂ ਪਤਾ ਲੱਗੂ ਰੋਟੀ ਕਿੱਦਾਂ ਲੰਘਦੀ ਹੈ। ਅੱਜ ਵੀ ਬੋਲਦੀਆਂ ਮਾਂ ਤ੍ਰਿਪਤਾ ਨੇ ਤੀਜੀ ਆਵਾਜ਼ ਮਾਰੀ,
नानक जी पुत्र आ जाओ रोटी खा लो, फुलका ठंडा हुंदा ए। एक दासी सो निकट बलाई, कहे कि सुत को आन जगाई। जो सतगुर ना जागे दोपहर का समय 12 बजे कौन सौंदा इस वेले? माता जी ने ना तुलसा दासी को आवाज मारी, सेवादार तुसी सोचोगे थोड़े दिन पहला ते तुलसा दासी सुल्तानपुर रोटी सी, इत्थे किवें आ गई डबल रोल? नहीं, तुलसा दासी इस घर दी दासी है। वो कदे भैन नानकी जी कोल समा बतीत कर आउंदे आ, कदे कीते आउंदे आ। इन्ना प्यार सी परिवार दे नाल कि वो एक परिवार दे अनटुट मैंबर सन। कदे गुरु घर माता जी ने, सतगुरां दे पिता जी ने, सतगुरां दे चाचा जी ने ते गुरु नानक साहब जी ने वो दासी समझे नहीं। भैणां तो वध प्यार करदे सी गुरु नानक साहब, वो भी रब रत्ती सी कर्म वाली रोटी। मां त्रिपता कहती पुत दासी, तुलसा कहती हाँ मां, चल नानक जी को उठा के लेके आओ। रोटी ठंडी होती जाती है क्योंकि अज कोदरे की रोटी बनाई है, वो 5 मिनट रह जाए तो पत्थर बन जाती है, बादरी बन। तुलसा दासी ने 7 बजे आखिया जिथे गुरदेव आराम करते आ कोला की फटकी आवाज मारी, गरीबन आवाज नहीं सुनी। वो बड़ी चिंता च खड़ी है भी जे उठा दिता सच्चे पातशाह नाराज ना हो भी जो मैं मां दे कहे तेरी उठा तू गाना खाना वाली मैं कई बार हो जाता। क्योंकि दासी है, वो अपने आप को सेवक जानती है। सेवक कदे भी मालक के सामने नखरा नहीं करता, ते जेड़ा नखरे करता है समझो वो नौकर ना सी ना है ते ना कदे बन सकता। नौकर नौकरी ते नखरा इकट्ठे हो सकते कदे भी। तुलसा दासी के मन च डर बह गया भी जे मैं सच्चे पातशाह को उठा दिता, भूख नींद में सो रहे ने, नाराज होणगे। सुभाविक गल है किसी ने वधिया नींद च उठाओ, अगला कहता यार तू 2 मिनट जाग नहीं सकता। ते जे ना उठाया ते मां त्रिपता ने प्रसादा पाया थाल दे विच, भूख नींद रही है, मेरा पुत चल गया। कहती कोल हत्थ च जोड़ के खड़ी रही, मैं तो शशो बन जा, मैं दुबदा दे विच आ, उठावा जां ना उठावा। शीतल होए न जाए आहारा, जेव है आन अनेक प्रकार। उस वेले तुलसा नूं आवाज माता फेर मार के कहती, आवाज देख के पुत उठाया नहीं ना, ठंडा हो जाना भोजन। हत्थ जे कंबल लग गए, मैं हुण की करा। मां कहती छेती लैके आ, ते गुरु साहब बड़ी वधिया नींद च सुते आ, हल्के हल्के घराड़ियां की आवाज आ रही है, लगता सुकून ना पे जी ना कीता उठा। कई बार हुंदा कोई इन्नी सोहनी नींद सुता होवे ना, पर कोल जाके ना साडा मन कहता ना उठाया, बहुत सोहनी नींद सुता रहन दे, मुड़े आई दा भी काम दा की फिर से रोटी दा की फिर खाना। तुलसा दासी चुप चुपीती खड़ी रही। माता जी की दूजी आवाज रसोई चो आई, पुत तुलसा उठाया नहीं, हुण मां लई ते पुत है, हुण जे मां नूं गुस्सा चढ़िया मां ते फड़ के बांकड़ी सुझा होए रोटी खा। मां ए हो, मां चाहे आपदी होवे किसी भी होवे, मां ते मां ही। तुलसा कोल खड़ी सोच लिया उठाया जावे जां ना। 5 मिनट होर लंघ गए, माता जी ने फिर आवाज मारी, तुलसा जे तू जाके उठाउणा ही नहीं ते फिर मैं ही खावांगी, मैनू ही आउणा पैणा। मैं किन्नियां आवाजां मारियां ने, तब गवनी दासी सुन बैना, पहुंची जैसे ने गुण ऐना। सतगुरां दे सराणे वाले पासे तुलसा दासी खड़ी है, सोचती है, कदे सोचती मैं पैर हिलादा, कदे सोचती बांह फड़ के हिलादा, दुबदा सी। कदे वो मर्द दे सज्जे पासे मोढे वाले पासे खड़ जाती, कदे सिर वाले पासे, कदे चरना वाले पासे, समझ नहीं आती। क्योंकि तुलसा दासी गुरु नानक साहब महाराज नूं रब नूं पीरां दा पीर मनदी है। क्योंकि अटुट भरोसा सी बेबे नानकी जी दा। हुण बेबे नानकी जी संगत च रहिंदे आ, जिद्दन लोकी कहते सी वेई च डुब गया, भैण कहदी नहीं डुबदा नहीं, डुबिया नूं तारन वाला है। ते ऐसे महापुरखां दी संगत करन वाली तुलसा कोई आ होगी, उन्हें भी सोचे किड्डा वड्डा सहज है, चुप चपीती कोल खड़ी है, अंदर गिणतियां गिणदी है। जिते जगावण की अमलख, सो मतवान थी
ਬਚਨ ਨਾ ਭਖਾ। ਚੁੱਪ ਚਪੀਤੇ ਸਤਿਗੁਰਾਂ ਦੇ ਚਰਨਾਂ ਕੋਲ ਬੈਠ ਗਈ, ਗੋਡੇ ਗੋਡੇ ਮਾਰ ਕੇ। ਹੁਣ ਆਮ ਬਾਣ ਦੀ ਮੰਜੀ ਹੈ ਜਿੱਥੇ ਸਤਿਗੁਰ ਪਏ ਆ, ਉਹ ਸਿਆਣੀ ਬੜੀ ਸੀ, ਮੰਜੀ ਕੋਲ ਬੈਠੀ ਸੋਚਦੀ ਹੈ ਵੀ ਐਡੀ ਸੋਹਣੀ ਨੀਂਦ ਕਰਮਾਂ ਨਾਲ ਮਿਲਦੀ ਹੈ। ਤੇ ਸੱਚ ਹੈ, ਭਾਗਾਂ ਵਾਲਿਆਂ ਨੂੰ ਸਕੂਨ ਦੀ ਨੀਂਦ ਮਿਲਦੀ। ਹੁਣ ਕਿਤੇ ਉਹਨਾਂ ਨੂੰ ਨਾ ਕਹਿ ਦਿਓ ਜਿਹੜੇ 12 ਵਜੇ ਉੱਠਦੇ ਜਾ ਕੇ ਵੀ ਉਹਦੇ ਕਰਮ ਵਾਲਾ ਯਾਰ ਅੱਜ ਸੁਣਿਆ ਇੰਨੀ ਸੋਹਣੀ ਨੀਂਦ ਸੋਣਾ ਨਾ। ਭਾਵੇਂ ਉਹ 5 ਘੰਟੇ ਸੌਣ, ਭਾਵੇਂ 2 ਘੰਟੇ ਸੌਣ, ਸੌਣ ਐਸਾ ਕਿ 2 ਘੰਟਿਆਂ ਚੋਂ ਫਰੈਸ਼ ਹੋ ਗਏ, ਉੱਠ ਕੇ ਕਹਿੰਦੇ ਬਾਈ ਹੁਣ ਭਾਵੇਂ ਮੈਨੂੰ 24 ਘੰਟੇ ਚਲਾਈ ਚੱਲ, ਕਿਤੇ ਲੈ ਚੱਲ ਕੋਈ। ਤੇ ਸਾਡੇ ਵਰਗੇ ਸਾਰਾ ਦਿਨ ਸੁੱਤੇ ਪਏ ਰਹਿੰਦੇ, ਚਾਹ ਪੀਣੀ ਫੇਰ ਪੈ ਗਏ, ਰੋਟੀ ਖਾਧੀ ਫੇਰ ਪੈ ਗਏ, ਦਲਿੱਦਰ ਦਾ ਘਰ, ਸੁੱਤੇ ਸਾਰੀ ਰਾਤ ਰਹਿਣਾ ਹੈ। ਤੇ ਫੇਰ ਕਹਿਣਾ ਹਾਏ ਸਰੀਰ ਪੀੜ ਹੁੰਦਾ, ਉੱਠਿਆ ਨਹੀਂ ਜਾਂਦਾ, ਕੀ ਕਰੀਏ, ਕੰਮ ਕਾਜ ਹੀ ਨਹੀਂ, ਕੋਈ ਜੀ ਨਹੀਂ ਲੱਗਦਾ। ਭਾਈ ਕੋਈ ਵੀ ਮਸ਼ੀਨ ਹੋਵੇ ਨਾ ਦੁਨਿਆਵੀ ਤੌਰ ਤੇ ਇੰਨੀ ਦੇਰ ਉਹ ਵੀ ਨਹੀਂ ਚੱਲਦੀ। ਰੈਸਟ ਦੇ ਕੇ ਵੇਖ ਲਓ, ਕਿਸੇ ਗੱਡੀ ਨੂੰ ਖੜਾਈ ਰੱਖੋ ਸਾਰੀ ਜਗ੍ਹਾ ਰਾਤ 'ਚ, ਕਿੰਨੀ ਕੈਮਰੇ ਦਊਗੀ, ਕਿੰਨੀ ਕੁ ਚੱਲੂਗੀ, ਕਵਾੜ ਹੋ ਜਾਂਦੀ ਹੈ। ਤੇ ਜਦੋਂ ਸਰੀਰ ਦਾ ਸੀ ਆ ਹਾਲ ਕੀਤਾ, ਕਵਾੜ ਤੇ ਆਪ ਹੀ ਹੁਣ ਸੁੱਤੇ ਰਹਿਣਾ ਸਾਰਾ ਦਿਨ। ਨੀਂਦ ਭਾਗਾਂ ਵਾਲੀ ਉਹ ਹੈ 10 ਘੰਟਿਆਂ ਦੇ ਵਿੱਚੋਂ 12 ਘੰਟਿਆਂ ਦੇ ਵਿੱਚੋਂ 4 ਘੰਟੇ ਵੀ ਸੁੱਤੇ ਤੇ ਤਸੱਲੀ ਨਾਲ ਸੁੱਤੇ ਆ। ਤੇ ਸਾਡੀਆਂ ਨੀਂਦਾਂ ਤੇ ਅਲਪ੍ਰੈਕਸ ਤੋਂ ਬਿਨਾਂ ਨਹੀਂ ਆਉਂਦੀ। ਡਾਕਟਰ ਕਹਿੰਦਾ ਇੰਨੇ ਘੰਟੇ ਸੌਣਾ ਪੈਣੇ। ਕਹਿੰਦੇ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ। ਕਹਿੰਦੇ ਬੀਬਾ ਫਿਰ ਦਵਾਈ ਲੈ ਲਿਆ, ਦਵਾਈ ਸਵਾ ਰਹੀ ਹੈ ਸਾਨੂੰ। ਸੁੱਖ ਦੀ ਨੀਂਦ ਥੋੜੀ ਹੈ, ਜੇ ਸੁੱਤੇ ਆ ਸੁਪਨਿਆਂ 'ਚ ਘੁੰਮਦੇ ਫਿਰੀ ਜਾਂਦੇ, ਚਿੰਤਾ ਜੀ ਬੜੀ ਆ, ਪਰੇਸ਼ਾਨੀ ਬਹੁਤ ਆ। ਪਰ ਐਸੀ ਦਾਸੀ ਕੋਲ ਬੈਠੀ ਸੋਚਦੀ ਹੈ ਵੀ ਇਹ ਮਹਾਂਪੁਰਖ ਰੱਬ ਦੇ ਪਿਆਰੇ ਸਾਰਾ ਦਿਨ ਜਾਗਦੇ ਆ, ਸਾਰੀ ਰਾਤ ਜਾਗਦੇ, ਤਪੱਸਿਆ ਕਰਦੇ ਆ, ਨਾਮ ਜਪਦੇ, ਬੰਦਗੀ ਕਰਦੇ ਆ। ਜੇ ਮੈਂ ਉਠਾਇਆ ਮੈਨੂੰ ਕਿਤੇ ਪਾਪ ਹੀ ਨਾ ਲੱਗੇ। ਦੇਖੋ ਦੇ ਮਨ ਦੀ ਕਰਦਾ ਇੱਕ ਖਿਆਲ ਹੈ ਵੀ ਜੇ ਮੈਂ ਕੀਤਾ ਹੋ ਸਕਦਾ ਇਹ ਕੰਮ ਬੁਰਾ ਹੋਵੇਗਾ। ਵਹਿਰ ਚੀਰ ਤੇ ਚਰਨ ਸੁਹਾਵਾ, ਤਹ ਪਰ ਸਨਹਿਤ ਮਨ ਲਲਚਾਵਾ। ਜਦੋਂ ਬੈਠੀ ਸੋਚਦੀ ਹੈ ਨਾ, ਉਹ ਮਰਦ ਦੇ ਚਰਨ ਵਾਲੇ ਪਾਸੇ ਗੋਡੇ ਗੋਡੇ ਮਾਰ ਬੈਠੀ ਸੀ ਦੌਣਾ ਕੋਲੇ। ਸੁਭਾਵਕ ਉਹਦੀ ਨਜ਼ਰ ਪੈ ਗਈ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ। ਕਹਿੰਦੇ ਸਤਿਗੁਰਾਂ ਦੇ ਸੱਜੇ ਪੈਰ ਦਾ ਅੰਗੂਠਾ ਚਿੱਟੀ ਚਾਦਰ ਤੋਂ ਸਿਰਫ ਬਾਹਰ ਹੈ, ਬਾਕੀ ਸਾਰੇ ਸਰੀਰ ਤੇ ਚਾਦਰ ਗੱਜੀ ਹੈ। ਉਹਦੇ ਮਨ ਚ ਆਇਆ ਵੀ ਭਾਗਾਂ ਵਾਲੇ ਮਹਾਂਪੁਰਖ ਨੂੰ ਮੈਂ ਮੱਥਾ ਹੀ ਛੁਆ ਦੇਣਾ, ਮੈਂ ਮਸਤਕ ਹੀ ਟੇਕ ਦਿਆਂ। ਉਹ ਲੱਗੀ ਉਧਰ ਵੀ ਰੋਟੀ ਵੀ ਠੰਡੀ ਹੋ ਗਈ, ਆਖੋ ਸਤਿਨਾਮ। ਦੇਖੋ ਕਿਹੜੇ ਬਹਿਣਾ ਚ ਬਹਿ ਗਈ ਹੈ। ਤੁਲਸਾ ਦੱਸੀ ਭਾਗਾਂ ਦੀ ਗੱਲ ਹੈ। ਜਿਹਨੂੰ ਰੱਬ ਮਿਲਦਾ ਉਹਨੂੰ ਘਰ ਬੈਠਿਆਂ ਮਿਲਣਾ, ਜਿਹਨੂੰ ਨਹੀਂ ਮਿਲਣਾ ਨਾ ਉਹ 50-50 ਸਾਲ ਧਾਰਮਿਕ ਥਾਵਾਂ ਤੀਰਥਾਂ ਤੇ ਫਿਰੀ ਜਾਵੇ, ਉਹ ਤਾਂ ਵੀ ਨਹੀਂ ਮਿਲਣਾ। ਇਹ ਤੇ ਮਿਲਣ ਦੀ ਗੱਲ ਹੈ, ਮੰਨਣ ਦੀ ਗੱਲ ਹੈ। ਜਿੱਦਣ ਮੰਨ ਲਿਆ ਉਦੋਂ ਹੀ ਮਿਲ ਜਾਣਾ। ਇਹਦਾ ਮਤਲਬ ਅਸੀਂ ਮੰਨੇ ਹੀ ਨਹੀਂ। ਤੁਲਸਾ ਨੇ ਨਾ ਆਲਾ ਦੁਆਲਾ ਵੇਖਿਆ ਵੀ ਮਾਤਾ ਜੀ ਤਾਂ ਨਹੀਂ ਵੇਖ ਲਏ, ਆਪਣਾ ਮੱਥਾ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਸੱਜੇ ਬੜੇ ਪਿਆਰ ਨਾਲ ਛੁਹਾਇਆ ਏ। ਪਰਮ ਪ੍ਰੇਮ ਜਾਗਿਓ ਮਨ ਮਾਹੀ, ਚਰਨੇ ਹੱਥ ਛੁਹਾਇਓ ਨਾਹੀ। ਹੁਣ ਇਹਨਾਂ ਚਰਨਾਂ ਨੂੰ ਹੱਥ ਵੀ ਨਾ ਲਾਇਆ ਉਹਨੇ ਵੀ ਜੇ ਮੈਂ ਹੱਥ ਗੁਰੂ ਸਾਹਿਬ ਦੇ ਚਰਨਾਂ ਨੂੰ ਲਾਇਆ, ਮੇਰੇ ਹੱਥਾਂ ਦੀ ਸਪਰਸ਼ਤਾ ਨਾਲ ਗੁਰੂ ਸਾਹਿਬ ਜਾਗ ਜਾਣਗੇ। ਭਾਗ ਵੱਡੇ ਕੀ ਇਹ ਨਿਸ਼ਾਨੀ। ਸੋਚੀ ਸਮਝ ਬਹੁਤ ਵੇਖੋ ਕਿੰਨੀ ਸਿਆਣੀ। ਨੇੜੇ ਜੋ ਕੇ ਨਾ ਆਪਣਾ ਹਲਕਾ ਜਿਹਾ ਮੱਥਾ ਸਤਿਗੁਰਾਂ ਦੇ ਅੰਗੂਠੇ ਨਾਲ ਲਾਇਆ ਵੀ ਇਹਨਾਂ ਨੂੰ ਪਤਾ ਨਾ ਲੱਗ ਜੇ ਮੇਰੇ ਚਰਨਾਂ ਨੂੰ ਕਿਸੇ ਨੇ ਹੱਥ ਲਾਇਆ ਤੇ ਉੱਠ ਜਾਣਗੇ ਉਸੇ ਵੇਲੇ। ਪਰ ਮੈਂ ਆਪਣਾ ਸੀਸ ਨਵਾਉਣਾ ਹੈ, ਇਹਨਾਂ ਦੇ ਚਰਨਾਂ ਦੀ ਧੂੜੀ ਕਿਤੇ ਮੱਥੇ ਨਾ ਲਵਾਂ। ਰਸਨਾ ਸੰਗ ਸੋ ਚਾਟਨ ਲਾਗੇ, ਜਗ ਮੈਂ ਵਡ ਭਾਗਣ ਅਨਰਾਗੇ। ਜਦੋਂ ਕਿ ਸਤਿਗੁਰਾਂ ਦੇ ਚਰਨਾਂ ਦੇ ਨੇੜੇ ਆਈ ਨਾ, ਮਨ 'ਚ ਖਿਆਲ ਆ ਗਿਆ ਵੀ ਮੱਥਾ ਕਾਹਨੂੰ ਲਾਉਣਾ ਹੈ। ਐਸੇ ਰੱਬ ਦੇ ਪਿਆਰਿਆਂ ਦੇ ਚਰਨ ਕਿਤੇ ਮਿਲਦੇ ਆ। ਘਰ 'ਚ ਰਹਿਣ ਵਾਲੀ ਦਾਸੀ ਦੀ ਭਾਵਨਾ ਵੇਖੋ ਕਿੱਡੀ ਹੈ। ਉਹਨੇ ਨਾ ਸੋਚਿਆ ਵੀ ਮੈਂ ਕਿਉਂ ਨਾ ਜੀਵ ਨਾਲ ਅੰਗੂਠਾ ਚਾਟਣਾ। ਇਹ ਭਾਵਨਾ ਹੈ ਬਹੁਤ ਵੱਡੀ ਸ਼ਰਧਾ। ਏਦਾਂ ਦੀ ਸ਼ਰਧਾ ਅਸੀਂ ਕਿੱਥੋਂ ਲੈ ਆਵਾਂਗੇ? ਸਾਡੀ ਤੇ ਸ਼ਰਧਾ ਫੇਸਬੁੱਕ ਤੇ ਹੀ ਹੈ। ਉੱਥੇ ਹੀ ਸਿੱਖੀ ਸ਼ੁਰੂ ਹੁੰਦੀ ਹੈ, ਉੱਥੇ ਹੀ ਛੱਡ ਦਈਦੀ ਹੈ। ਉੱਥੇ ਹੀ ਅਸੀਂ ਪੰਥਕ ਆ, ਉੱਥੇ ਹੀ ਅਸੀਂ ਧਾਰਮਿਕ ਆ, ਉੱਥੇ ਹੀ ਸਾਡਾ ਨਿਤਨੇਮ, ਉੱਥੇ ਹੀ ਸਾਡੀ ਬਾਣੀ ਹੈ, ਉੱਥੇ ਸਾਡੀ ਸੇਵਾ ਤੇ ਉੱਥੇ ਸਾਡੀ ਯਾਤਰਾ। ਸਾਡੀ ਸਿੱਖੀ ਤੇ ਇੰਟਰਨੈਟ ਤੇ ਖੜੀ ਹੈ। ਫੀਲਡ 'ਚ ਕੀ ਹੈ ਕਿਸੇ ਕੋਲ ਸੇਵਾ, ਹੈ ਕਿਸੇ ਕੋਲ ਬੰਦਗੀ। ਕਿੰਨੇ ਕੁ ਸਿੱਖ ਨੇ ਸਾਡੇ 'ਚ ਬੈਠੇ ਜਿਹੜੇ ਘਰ ਗੁਟਕਾ ਸਭ ਲੈ ਕੇ ਬੈਠਦੇ ਆ, ਫੋਨ ਤੋਂ ਹੀ ਪਾਠ ਕਰੀ ਜਾਂਦੇ। ਫੋਨ ਤੋਂ ਠੀਕ ਹੈ, ਕਰਨਾ ਚਾਹੀਦਾ ਐਮਰਜੈਂਸੀ ਤੇ। ਅਕਾਲ ਤਖਤ ਸਾਹਿਬ ਨੇ ਵੀ ਹੁਕਮਨਾਮਾ ਦਿੱਤਾ ਤੋਂ 2 ਸਾਲ ਪਹਿਲਾਂ ਵੀ ਸੰਗਤ ਜੀ ਫੋਨ ਤੋਂ ਪਾਠ ਉਦੋਂ ਕਰੋ ਜਦੋਂ ਕੋਈ ਮਜਬੂਰੀ ਹੋਵੇ।
जे कोई शक आ तो हुक्मनामा कढ़ के वेखो इंटरनेट तो श्री अकाल तख्त ਸਾਹਿਬ कि जे मजबूरी हो तो जिवें सफर करते ਤੇ ਅਸੀਂ ਸਾਡੇ ਤੇ ਗੁਟਕਾ ਸਾਹਿਬ ਨੂੰ ਸੇਵਾ ਲਾਗੀ ਘਰਾਂ ਦੇ ਪੜੇ ਹੀ ਨਹੀਂ ਕਿਤੇ ਦਰਸ਼ਨ ਹੀ ਨਹੀਂ ਕੀਤੇ ਬਾਣੀ ਦੇ ਕਿਤੇ ਸੇਵਾ ਕੀਤੀ ਹੋ ਨਹੀਂ ਕਿਹੜੀ ਸਿੱਖੀ ਦੀਆਂ ਅਸੀਂ ਗੱਲਾਂ ਕਰਦੇ ਫਿਰਦੇ ਜਿਹੜੀ ਸਾਡੀ ਤਲ ਤੇ ਜੀ ਰਹੀ ਹੈ ਨਹੀਂ ਸਿੱਖੀ ਬਹੁਤ ਮਹਾਨ ਹੈ ਇਹ ਪਹਿਲਾਂ ਵੀ ਪੂਜਣ ਵਾਲੀ ਸੀ ਅੱਜ ਵੀ ਹੈ ਰਹਿੰਦੀ ਦੁਨੀਆ ਤੱਕ ਪੂਜੀ ਜਾਣੀ ਹੈ ਇਹ ਸਿੱਖੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੈ ਅੱਜ ਉਸ ਦਾਸੀ ਦੇ ਭਾਗ ਐਡੇ ਵੱਡੇ ਜਾਗੇ ਤੁਲਸਾਂ ਦੇ ਦੇਖੋ ਰਹਿੰਦੀ ਉਹ ਸਦਾ ਹੀ ਕੋਲੇ ਸੀ ਉਹਨੇ ਨਾ ਆਪਣੀ ਜੀਭ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਅੰਗੂਠੇ ਨੂੰ ਚੱਟਣਾ ਸ਼ੁਰੂ ਕਰਤਾ ਕਿੱਡੇ ਵੱਡੇ ਕਰਮ ਹੋਣੇ ਕਿੱਡੀ ਵੱਡੀ ਭਾਵਨਾ ਹੋਣੀ ਕਿੰਨਾ ਪ੍ਰੇਮ ਅੰਦਰੋਂ ਹੋਣਾ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਵੀ ਗੁਰੂ ਨੂੰ ਟਿੱਚ ਜਾਣਦੇ ਹਾਂ ਅਸੀਂ ਕਿ ਬਿਲਕੁਲ ਸੱਚ ਹੈ ਮੈਨੂੰ ਕਿਸੇ ਦਾ ਤਾਂ ਨਹੀਂ ਪਤਾ ਪਰ ਮੇਰੀ ਹਾਲਤ ਅਜੇ ਤੱਕ ਇਹੀ ਹੈ ਮੇਰਾ ਵੀ ਅਜੇ ਤੱਕ ਜੀਵਨ ਸੋ ਰਿਹਾ ਮੈਂ ਤੇ ਰੋਜ਼ ਅਰਦਾਸਾਂ ਕਰਦਾ ਮਹਾਰਾਜ ਮੈਨੂੰ ਇੰਨਾ ਡਰ ਹੋਵੇ ਮੈਂ ਤੈਨੂੰ ਮੱਥਾ ਟੇਕਣਾ ਵਾ ਕੱਲਾ ਮੱਥਾ ਟੇਕਾਂ ਮੇਰਾ ਸਰੀਰ ਕੰਬੇ ਤੈਨੂੰ ਵੇਖ ਕੇ ਮੈਂ ਵੇਖੀ ਹੈ ਮਹਾਂਪੁਰਖਾਂ ਜੀ ਸੰਤ ਬਾਬਾ ਠਾਕੁਰ ਸਿੰਘ ਜੀ ਬ੍ਰਹਮੀ ਟਕਸਾਲ ਵਾਲੇ ਜਦੋਂ ਮੱਥਾ ਟੇਕਦੇ ਸੀ ਕਈ ਹੋਰ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਕੀਤੀ ਸਰੀਰ ਕੰਬ ਜਾਂਦਾ ਸੀ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਮੈਂ ਕਹਿੰਦਾ ਸਾਨੂੰ ਅਸੀਂ ਸੰਗਤ ਜਾ ਜੀ ਅਗਲਾ ਕੰਬ ਜਾਂਦਾ ਕਦੇ ਆ ਗਿਆ ਡਾਇਨਾਸੌਰ ਉਹ ਆ ਗਿਆ ਓਏ ਕਿੰਨੇ ਦਿਨਾਂ ਬਾਅਦ ਆਇਆ ਝਾਕੀ ਜਾਂਦਾ ਆਲੇ ਦੁਆਲੇ ਬਿਟਰ ਬਟੇਰੇ ਨੂੰ ਸਾਡੀ ਤੇ ਹਾਲਤ ਆ ਸਾਨੂੰ ਇਹ ਕਿਤੇ ਲੋਕ ਡਰਦੇ ਆ ਕਿਤੇ ਅਸੀਂ ਗੁਰੂ ਤੋਂ ਡਰਦੇ ਹੁੰਦੇ ਸ਼ਬਦ ਗੁਰੂ ਤੋਂ ਜਿੱਦਣ ਡਰ ਲੱਗੇ ਸਮਝ ਲੈ ਉਸੇ ਦਿਨ ਕਿਰਪਾ ਸ਼ੁਰੂ ਹੋ ਗਈ ਡਰ ਚ ਪ੍ਰੇਮ ਹੋ ਜਾਂਦਾ ਤੁਸੀਂ ਕਹੋ ਮੈਂ ਪਿਆਰ ਕਰਦਾ ਮੈਂ ਪ੍ਰੇਮ ਕਰਦਾ ਪਰ ਡਰ ਕੋਈ ਨਹੀਂ ਮਾਫ ਕਰਿਓ ਫੇਕ ਹੈ ਦਿਖਾਵਾ ਹੈ ਡਰਾਮਾ ਹੈ ਸੱਚੇ ਪਿਆਰ ਦੀ ਨਿਸ਼ਾਨੀ ਹੈ ਸੱਜਣ ਦਾ ਡਰ ਹੀ ਕੰਬਣ ਲਾ ਦਿੰਦਾ ਹੈ ਤੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਆ ਨਾ ਉਹਨਾਂ ਮਹਾਂਪੁਰਖਾਂ ਨੂੰ ਵੇਖੋ ਮੱਥਾ ਟੇਕਦੇ ਆ ਪੰਜ ਪ੍ਰਕਰਮਾਂ ਕਰਦੇ ਆ ਅੱਜ ਵੀ ਸਾਲ ਦੇ ਸਿੱਖਾਂ ਨੂੰ ਵੇਖੋ ਬੰਦਗੀ ਵਾਲਿਆਂ ਇੰਨਾ ਡਰ ਹੈ ਨਾ ਉਹ ਅੱਖ ਚੁੱਕ ਕੇ ਮਹਾਰਾਜ ਨੂੰ ਨਹੀਂ ਵੇਖਦੇ ਅਸੀਂ ਤੇ ਆਏ ਮੱਥਾ ਟੇਕਿਆ ਨਹਾਤੇ ਨਹੀਂ ਧੋਤੇ ਕੱਪੜੇ ਬੜੇ ਚੁੱਕਿਆ ਰਵਾਨਾ ਦੇ ਹੁਕਮਨਾਮਾ ਵੀ ਜਿਹੜਾ ਬਾਹਰ ਲਿਖਿਆ ਉਹਦੀ ਸ਼ਰਧਾ ਨਹੀਂ ਜੀਵਨ ਦੇ ਦੇਖ ਤੇਰਾ ਕਿੱਥੇ ਖੜੇ ਹੈ ਇੰਨਾ ਡਰ ਗੁਰੂ ਸਾਹਿਬ ਦਾ ਹੋਵੇ ਮੈਂ ਤਾਪਿਆ ਬੈਠਣ ਚੱਲਿਆ ਗੁਰੂ ਦੇ ਕੇਸੀ ਇਸ਼ਨਾਨ ਹੋਵੇ ਸੋਚੇ ਬਸਤਰ ਹੋਣ ਉਹ ਜੇ ਸਿੱਖਣਾ ਤੇ ਸਿਰਮੁਨੀ ਵਾਲਾ ਨੂੰ ਸਿੱਖ ਲੋ ਜਿਹੋ ਜਿਹੇ ਮਰਜ਼ੀ ਨੇ ਸੱਚਖੰਡ ਸਾਹਿਬ ਦੀ ਧਰਤੀ ਕਿਸੇ ਇਤਿਹਾਸਕ ਥਾਂ ਤੇ ਚੱਲ ਜਾਓ ਉਹ ਕਦੇ ਵੀ ਲੜ ਵਾਲੀ ਪੱਗ ਨਹੀਂ ਬੰਨਦੇ ਅੱਜ ਵੀ ਇਹ ਮਰਿਆਦਾ ਏ ਵੀ ਲੜ ਮੂੰਹ ਚ ਪੈਂਦਾ ਪੱਗ ਝੂਠੀ ਆ ਮਰਦਾ ਸਰੂਪ ਸੀਸ ਤੇ ਲੈਣਾ ਪੈਂਦਾ ਇਸੇ ਕਰਕੇ ਉਹ ਪੇਚਾਂ ਵਾਲੀ ਪੱਗ ਬੰਨ ਕੇ ਲੜ ਪਿੱਛੇ ਪਾਇਆ ਮੈਨੂੰ ਕੀ ਹੋ ਇਹ ਤੇ ਬੋਲਣਾ ਚਾਹੀਦਾ ਸਾਡੇ ਤੇ ਕਿਉਂ ਨਹੀਂ ਕਿਉਂਕਿ ਨਾ ਅਸੀਂ ਸਿੱਖਿਆ ਨਾ ਅਸੀਂ ਸਿੱਖਣਾ ਚਾਹੁੰਦੇ ਅਸੀਂ ਤੇ ਦੂਜੇ ਨੂੰ ਕਹਿੰਦੇ ਉਹ ਤੈਨੂੰ ਕੀ ਆਉਂਦਾ ਮੈਨੂੰ ਵੇਖ ਮੈਨੂੰ ਹੁੰਦਾ ਰਹੋ ਤੁਲਸਾਂ ਦੇ ਭਾਗ ਜਾਗੇ ਗੁਰੂ ਨਾਨਕ ਸਾਹਿਬ ਜੀ ਦੇ ਅੰਗੂਠੇ ਨੂੰ ਚੱਟਣਾ ਸ਼ੁਰੂ ਕਰਨਾ ਬੜੇ ਪਿਆਰ ਚ ਭਿੱਜ ਕੇ ਅੰਗੂਠਾ ਚੱਟਦੀ ਹੈ ਈਨ ਸਪਰਸ਼ਨ ਰਸਨਾ ਜਬ ਹੀ तीन लोक की सुध भी तब ही जब जीव नाल गुरु नानक साहब जी दे चरणां दी धूड़ लगी ना एकदम शरीर कंबिया जिदा वाइब्रेशन होंदी है तिन्ने लोकां दी सोजी हो गई एकदम झटका वज्जिया पिछे हो गई गुरु साहब राम जी ने ओ तुलसा ना रही एक महान आत्मा बन गई ਉਹਨੂੰ ਦਿਸਣਾ ਸ਼ੁਰੂ ਹੋ ਗਿਆ ਜਿਵੇਂ ਅਸਮਾਨ ਤੇ ਜਾਈਏ ਨਾ ਏਰੀਅਲ ਵਿਊ ਹੁੰਦਾ ਹੈ ਪਲੇਨ ਚ ਬੈਠ ਕੇ ਥੱਲੇ ਦੁਨੀਆ ਦਿਸਦੀ ਆ ਉਹ ਉੱਪਰ ਸੈਟਲਾਈਟ ਤੇ ਚੱਲ ਜਾਓ ISI ਚੱਲ ਜਾਓ ISS ਤੇ ਚੱਲ ਜਾਓ ਸਾਰੀ ਦੁਨੀਆ ਧਰਤੀ ਗਲੋਬ ਦਿਸਦਾ ਥੱਲੇ ਘੁੰਮਦਾ ਸਮੁੰਦਰ ਉਛਲਦੇ ਦਿਸਦੇ ਆ ਕਹਿੰਦੇ ਨੂੰ ਸਾਰਾ ਬ੍ਰਹਿਮੰਡ ਦਿਸਣਾ ਸ਼ੁਰੂ ਹੋ ਗਿਆ ਬੈਠੀ ਗੁਰੂ ਦੇ ਚਰਨਾਂ 'ਚ ਮਾਂ ਤ੍ਰਿਪਤਾ ਆਵਾਜ਼ ਮਾਰਦੀ ਉਹ ਹੁਣ ਸੁਣਦੀ ਹੋ ਨਹੀਂ ਆਖੋ ਸਤਿਨਾਮ ਜਿਸ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਨੇ ਅੱਜ ਰੱਬ ਦੀ ਧੀ ਤੁਲਸਾਂ ਦਾਸੀ ਉਸੇ ਦੇਸ਼ ਸੁਰਤ ਕਰਕੇ ਪਹੁੰਚ ਗਈ ਆਖੋ ਸਤਿਨਾਮ ਸਮਾਂ ਸਮਾਪਤ ਹੈ ਪ੍ਰਸੰਗ ਬੜੇ ਆਨੰਦਮਈ ਨੇ ਕਿਉਂਕਿ ਇਹਨਾਂ ਪ੍ਰਸੰਗਾਂ 'ਚੋਂ ਪ੍ਰੇਮ ਮਿਲਦਾ ਪ੍ਰੇਮ ਸਿੱਖਣ ਲਈ ਤਾਂ ਜੋ ਕਿਤੇ ਸਾਡੇ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਵੇ ਨਾ ਸਾਡੇ ਜੀਵਨ 'ਚ ਨਿਮਰਤਾ ਆ ਜੇ ਮਿਠਾਸ ਆ ਜੇ ਚਲੋ ਦੂਜਿਆਂ ਦੀ ਗੱਲ ਛੱਡੋ ਅਸੀਂ ਸਿੱਖਾਂ ਦਾ ਹੀ ਸਤਿਕਾਰ ਕਰ ਲਈਏ ਇੰਨਾ ਹੀ ਕਾਫੀ ਹੈ ਜਿੱਦਣ ਸਿੱਖ ਦੀ ਇੱਜ਼ਤ ਕਰਨ ਲੱਗ ਗਿਆ ਨਾ ਸਿੱਖ ਦਾ ਸਤਿਕਾਰ ਕਰਨ ਲੱਗ ਗਿਆ ਤੁਹਾਡੇ ਜੀਵਨ ਵਿੱਚ ਉਸੇ ਦਿਨ ਸੱਚਖੰਡ ਬਣ ਜਾਣਾ ਹੈ ਉਸੇ ਦਿਨ ਕਿਰਪਾ ਹੋ ਜਾਣੀ ਹੈ ਹੁਣ ਕੀ ਕੁਛ ਅੱਗੇ ਹੋਣਾ ਹੈ ਪ੍ਰਸ਼ਾਦਾ ਠੰਡਾ ਹੁੰਦਾ ਜਾਣਾ ਸਤਿਗੁਰੂ ਆਪਣੇ ਆਰਾਮ ਚ ਨੇ ਜਿਹਨੂੰ ਕਿਹਾ ਸੁਨੇਹਾ ਲਾ ਕੇ ਤੂੰ ਉਠਾ ਲਿਆ ਉਹ ਕਹਿੰਦੇ ਚੱਲ ਬਾਬਾ ਆਪਾਂ ਵੀ ਨਾਲ ਤੁਹਾਡੇ ਆਖੋ ਸਤਿਨਾਮ ਸੁਰਤ ਕਰਕੇ ਉਹ ਵੀ ਉਡਾਰੀਆਂ ਲਾ ਰਹੀ ਉੱਥੇ ਪਹੁੰਚ ਗਈ ਗੁਰੂ ਘਰ ਦੀ ਦਾਸੀ ਤੁਲਸਾਂ ਕੱਲ ਦੇ ਦੀਵਾਨਾਂ ਚ ਸਰਵਣ ਕਰਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।